ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਤੇ ਬੀਤੇ ਦਿਨ ਇੱਕ ਮਹਿਲਾ ਵੱਲੋਂ ਬਲਾਤਕਾਰ ਦੇ ਇਲਜ਼ਾਮ ਲਗਾਏ ਗਏ ਸਨ, ਜਿਸ ਨੂੰ ਲੈ ਕੇ ਹੁਣ ਸਿਆਸਤ ਵੀ ਗਰਮਾਉਣ ਲੱਗੀ ਹੈ ਅਤੇ ਇਸ ਨੂੰ ਲੈ ਕੇ ਅਕਾਲੀ ਦਲ ਵੱਲੋਂ ਅੱਜ ਲੁਧਿਆਣਾ ਦੀ ਲੀਡਰਸ਼ਿਪ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ। ਉਹਨਾਂ ਨੇ ਕਿਹਾ ਕਿ ਲੁਧਿਆਣਾ ਦੀ ਪੁਲਿਸ ਸਿਮਰਜੀਤ ਬੈਂਸ ਨੂੰ ਪਨਾਹ ਦੇ ਰਹੀ ਹੈ। ਉਹਨਾਂ ਨੇ ਕਿਹਾ ਕਿ ਸੂਬੇ ਦੀ ਸਰਕਾਰ ਵੀ ਇਸ ਵਿੱਚ ਮਿਲੀ ਹੋਈ ਹੈ। ਪ੍ਰੈਸ ਕਾਨਫਰੰਸ ਦੇ ਵਿੱਚ ਲੁਧਿਆਣਾ ਦੀ ਸੀਨੀਅਰ ਲੀਡਰਸ਼ਿਪ ਦੇ ਨਾਲ ਸੀਨੀਅਰ ਵਕੀਲ ਹਰੀਸ਼ ਰਾਏ ਟਾਂਡਾ ਵੀ ਮੌਜੂਦ ਰਹੇ। ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਿੰਦਰ ਸਿੰਘ ਗਰੇਵਾਲ, ਸਾਬਕਾ ਜੇਲ੍ਹ ਮੰਤਰੀ ਹੀਰਾ ਸਿੰਘ ਗਾਵੜੀਆ ਅਤੇ ਸਾਨੇਵਾਲ ਤੋਂ ਵਿਧਾਇਕ ਸ਼ਰਨਜੀਤ ਨੇ ਕਿਹਾ ਕਿ ਸਿਮਰਜੀਤ ਬੈਂਸ ਤੇ ਇੱਕ ਪੀੜਿਤਾ ਵੱਲੋਂ ਸਿੱਧੇ ਤੌਰ ਤੇ ਇਲਜ਼ਾਮ ਲਗਾਏ ਗਏ ਨੇ, ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਨੇ ਕਿਹਾ ਕਿ ਪੁਲਿਸ ਨੇ ਇੱਥੋਂ ਤੱਕ ਕਿ FIR ਵੀ ਦਰਜ ਨਹੀਂ ਕੀਤੀ। ਉਹਨਾਂ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਬੈਂਸ ਭਰਾਵਾਂ ਨੂੰ ਪਨਾਹ ਦੇ ਰਹੀ ਹੈ। ਉਹਨਾਂ ਨੇ ਕਿਹਾ ਕਿ ਪੁਲਿਸ ਕਾਰਵਾਈ ਕਿਉਂ ਨਹੀਂ ਕਰ ਰਹੀ, ਇਹ ਵੱਡਾ ਸਵਾਲ ਹੈ, ਜਦੋਂ ਕਿ ਸੁਪਰੀਮ ਕੋਰਟ ਦੀਆਂ ਸਖਤ ਹਿਦਾਇਤਾਂ ਨੇ ਕਿ ਬਲਾਤਕਾਰ ਮਾਮਲੇ ਦੇ ਵਿੱਚ ਸਭ ਤੋਂ ਪਹਿਲਾਂ FIR ਹੋਣੀ ਚਾਹੀਦੀ ਹੈ। ਅਕਾਲੀ ਦਲ ਦੇ ਲੀਡਰਾਂ ਨੇ ਸਾਫ਼ ਕਿਹਾ ਕਿ ਬੈਂਸ ਦੇ ਖਿਲਾਫ ਉਹ ਮੋਰਚਾ ਖੋਲ ਚੁੱਕੇ ਨੇ, ਕਿਉਂਕਿ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਹਾਲੇ ਤੱਕ ਨਹੀਂ ਕੀਤੀ ਗਈ। ਹੀਰਾ ਸਿੰਘ ਗਾਵੜੀਆ ਨੇ ਕਿਹਾ ਕਿ ਬੈਂਸ ਭਰਾਵਾਂ ਪਾਸਕਲ ਦੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਉਹ CBI ਜਾਂਚ ਦੀ ਮੰਗ ਕਰਦੇ ਨੇ, ਕਿਉਂਕਿ ਬੈਂਸ ਭਰਾਵਾਂ ਕੋਲ ਕੁਝ ਸਾਲਾਂ 'ਚ ਹੀ ਇੰਨੀ ਪ੍ਰਾਪਰਟੀ ਕਿੱਥੋਂ ਆਈ। ਚਲੋ ਜੀ ਸਰ ਨਹੀਂ ਬੁਲੇਟਿਨ ਸ਼ੁਰੂ ਹੋ ਗਿਆ ਲਓ ਜੀ। ਅੱਜ ਅਸੀਂ ਸਾਰੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਲੁਧਿਆਣਾ ਦੀ ਲੀਡਰਸ਼ਿਪ ਹੈ, ਹੀਰਾ ਸਿੰਘ ਜੀ ਗਾਬੜੀਆ ਦੀ ਅਗਵਾਈ 'ਚ ਇੱਥੇ ਇਕੱਠੇ ਹੋ ਕੇ ਅਸੀਂ ਅੱਜ ਉਹ ਜਿਹੜਾ ਬਹੁਤ ਹੀ ਸ਼ਰਮਿੰਦਗੀ ਦਾ ਮੁਕਾਮ ਹੈ, ਜਿਹਦੇ ਕਰਕੇ ਅੱਜ ਤੁਹਾਡੇ ਕੋਲ ਆਏ ਹਾਂ ਕਿ ਜਿਹੜੇ ਲੋਕਾਂ ਨੂੰ ਇਨਸਾਫ ਦਿਵਾਉਣ ਦੀ ਗੱਲ ਕਰ ਰਹੇ ਸੀਗੇ ਤੇ ਪਾਰਟੀ ਦਾ ਨਾਮ ਵੀ ਲੋਕ ਇਨਸਾਫ ਪਾਰਟੀ ਰੱਖਿਆ, ਅੱਜ ਉਹ ਇੱਕ ਵਿਕਟਮ ਨੂੰ ਇਨਸਾਫ ਨਹੀਂ ਦਿਵਾ ਸਕੇ। ਤੇ ਅਫਸੋਸ ਇਹ ਹੈ ਕਿ ਉਹਦੇ ਵਿੱਚ ਜਵਾਬ ਕੀ ਦੇ ਰਹੇ ਹੈ ਕਿ ਰਾਜਨੀਤਿਕ ਚਾਲ ਹੈ। ਦੱਸਣਾ ਪਊ ਉਹਨਾਂ ਨੂੰ ਕਿ ਕਿਹੜੀ ਰਾਜਨੀਤੀ ਦੀ ਚਾਲ ਹੈ, ਕਿ ਉਹ ਮੈਡਮ ਦਾ ਰਾਜਨੀਤਿਕ ਰੋਲ ਕੀ ਹੈ, ਕਿ ਜਿਹੜੀ ਉਹ ਮੈਡਮ ਸੱਚ ਬੋਲ ਰਹੀ ਹੈ। ਜੇ ਤਾਂ ਸੱਚ ਬੋਲਣਾ ਰਾਜਨੀਤੀ ਹੈ ਤਾਂ ਫਿਰ ਮੈਂ ਕਹਿੰਦਾ ਜ਼ਰੂਰ ਸਮਝਦਾ ਕਿ ਉਹ ਬੀਬੀ ਜੀ ਸ਼ਾਇਦ ਰਾਜਨੀਤੀ ਕਰ ਰਹੇ ਹੋਣ। ਸਭ ਤੋਂ ਵੱਡਾ ਦੁਖਾਂਤ ਅੱਜ ਇਹ ਹੈ ਕਿ ਇਹ ਜਿਹੜੇ ਸਿਪਾਹੀ ਨੂੰ 10 ਰੁਪਏ ਫੜਾ ਕੇ ਉਹਦੀ ਵੀਡੀਓ ਕਰਕੇ ਵੀਡੀਓ ਵਾਇਰਲ ਕਰਦੇ ਆ। ਮੈਂ ਸਰਦਾਰ ਸਿਮਰਜੀਤ ਸਿੰਘ ਬੈਂਸ ਨੂੰ ਇਹ ਕਹਿਣਾ ਚਾਹੁੰਦਾ ਕਿ ਸਰਦਾਰ ਸਿਮਰਜੀਤ ਸਿੰਘ ਬੈਂਸ ਜਿਹੜੀ ਉਹ ਮੈਡਮ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ, ਜਿਹਦੇ ਵਿੱਚ ਉਹਨੇ ਇਹ ਦੁਹਾਈ ਦਿੱਤੀ ਹੈ ਕਿ ਜੇ ਮੈਨੂੰ ਇੰਸਟੀਟਿਊਸ਼ਨਸ ਇਨਸਾਫ ਦੇਣ ਤੋਂ ਫੇਲ ਹੋ ਜਾਣਗੇ ਤਾਂ ਮੈਂ ਉਸ ਤੋਂ ਬਾਅਦ ਸੁਸਾਈਡ ਕਮਿਟ ਕਰ ਲੂੰਗੀ। ਉਹ ਵੀ ਵੀਡੀਓ ਜ਼ਰਾ ਆਪਣੇ ਤੁਸੀਂ ਸੋਸ਼ਲ ਮੀਡੀਆ 'ਤੇ ਵਾਇਰਲ ਕਰੋ ਤਾਂ ਕਿ ਲੋਕਾਂ ਨੂੰ ਪਤਾ ਤਾਂ ਲੱਗੇ ਕਿ ਤੁਸੀਂ ਕਿੱਥੇ ਖੜ੍ਹੇ ਹੋ। ਦੇਖੋ, ਮੈਂ ਸਮਝਦਾ ਕਿ ਅੱਜ ਤੋਂ ਕੁਛ ਦੇਰ ਪਹਿਲਾਂ ਬਲਵਿੰਦਰ ਸਿੰਘ ਇੱਕ DSP ਨੇ ਉਹਨਾਂ ਨੇ ਇੱਕ ਵੀਡੀਓ ਰਿਲੀਜ਼ ਕੀਤੀ ਸੀ, ਜਿਹਦੇ ਵਿੱਚ ਇਹਨਾਂ ਦੇ ਤੇ ਉਹਨਾਂ ਵੱਲੋਂ ਦੋਸ਼ ਆਇਦ ਕੀਤਾ ਗਿਆ ਸੀਗਾ ਕਿ ਇਹ ਰੇਪ ਦੇ ਕੇਸ ਵਿੱਚ ਵੀ ਇਨਵੋਲਵਡ ਸੀਗੇ। ਉਦੋਂ ਇਹਨਾਂ ਦੇ ਸਪੋਰਟਰਾਂ ਨੇ ਵੀ ਤੇ ਕਿਸੇ ਨੇ ਉਸ ਮਾਮਲੇ ਨੂੰ ਬਹੁਤਾ ਨਹੀਂ ਉਠਾਇਆ ਕਿ ਉਹ ਬੜੀ ਦੇਰ ਬਾਅਦ ਗੱਲ ਚੱਕੀ ਗਈ ਸੀਗੀ। ਪਰ ਅੱਜ ਜੋ ਵਿਅਕਤੀ ਇਸ ਗੱਲ ਦਾ ਇਹਨਾਂ ਵੱਲੋਂ ਕੀਤੀ ਜ਼ਿਆਦਤੀ ਦਾ, ਇੱਕ ਔਰਤ ਦੇ ਮਾਣ ਸਨਮਾਨ ਨਾਲ ਜ਼ਿਆਦਤੀ ਕਰਨ ਦਾ ਕੇਸ ਹੈ, ਉਹਦੇ ਵਿੱਚ ਮੈਂ ਇੱਕ ਗੱਲ ਸਮਝਦਾ ਕਿ ਬੈਂਸ ਦੇ ਅਗੇਂਸਟ ਪੁਲਿਸ ਨੂੰ ਕੇਸ ਇਮੀਡੀਏਟਲੀ ਰਜਿਸਟਰ ਕਰਨਾ ਚਾਹੀਦਾ, ਕਿਉਂਕਿ ਬਹੁਤ ਵੱਡੀ ਇੱਕ ਚੀਜ਼ ਇਹਦੇ 'ਚੋਂ ਓਪਨ ਹੋ ਕੇ ਨਿਕਲੀ ਹੈ। ਆਮ ਆਦਮੀ ਪਾਰਟੀ ਜਿਹੜੀ ਬੜੀ ਸਿਧਾਂਤਕ ਪਾਰਟੀ ਕਹਾਉਂਦੀ ਹੈ ਤੇ ਜਿਹੜੀ ਕਹਿੰਦੀ ਹੈ ਕਿ ਸਭ ਤੋਂ ਵੱਧ ਕੋਈ ਸਾਫ਼ ਸੁਥਰਾ ਰਾਜਨੀਤੀ ਨਹੀਂ ਕਰਦਾ। ਜਿਹੜੇ 2017 ਦੀ ਇਲੈਕਸ਼ਨ ਵਿੱਚ ਸਿਮਰਜੀਤ ਸਿੰਘ ਬੈਂਸ ਦੀ ਪਾਰਟੀ ਦੇ ਸਹਿਯੋਗੀ ਸੀ, 6 ਸੀਟਾਂ ਇਹਨਾਂ ਕੋਲ ਤੇ ਬਾਕੀ ਉਹਨਾਂ ਕੋਲ, ਉਹਨਾਂ ਨੂੰ ਵੀ ਮੈਂ ਸਵਾਲ ਕਰਦਾ ਕਿ ਅੱਜ ਆਪਾਂ ਚੁੱਪ ਕਿਉਂ ਧਾਰੀ ਹੈ। ਸਰਦਾਰ ਨਵਜੋਤ ਸਿੰਘ ਸਿੱਧੂ ਇਹਨਾਂ ਦੇ ਆਖੇ ਲੁਧਿਆਣੇ 'ਚ ਹਰ ਕੰਮ ਕਰਦੇ ਸੀ। ਲੁਧਿਆਣੇ ਵਿੱਚ ਸਿੱਧੂ ਸਾਹਿਬ ਨੇ ਜਿੰਨੇ ਕੰਮ ਕੀਤੇ, ਭਾਵੇਂ ਉਹ ਫਾਸਟਵੇ ਦੀ ਬਿਲਡਿੰਗ ਢਾਉਣ ਦੀ ਗੱਲ ਕੀਤੀ, ਉਹ ਸਾਰੀ ਇਹਨਾਂ ਦੇ ਕਹਿਣ 'ਤੇ ਕੀਤੀ। ਤੇ ਅੱਜ ਸਵਾਲ ਇਹ ਵੀ ਉੱਠਦਾ ਕਿ ਸਰਦਾਰ ਨਵਜੋਤ ਸਿੰਘ ਵੀ ਬੜੀ ਸਿਧਾਂਤੀ ਰਾਜਨੀਤੀ ਕਰਦੇ, ਉਹ ਵੀ ਚੁੱਪ ਕਿਉਂ ਬੈਠੇ ਹੈ। ਚਲੋ ਇਹ ਗੱਲ ਸਾਰਿਆਂ ਕੋਲ ਜੱਗ ਜ਼ਾਹਰ ਹੈ
कि कांग्रेस की जिहड़ी लुधियाने की लीडरशिप है, भारत भूषण जी आशू, वो तो घ्यो खिचड़ी ने, क्योंकि ना तो इन्हों ने आशू के उल्ट कोई बयान दिता कोई कि वह किन्ने घपले कर गया, ना इन्होंने आशू के उल्ट कतल वाले केस बयान दिता, कोई नहीं दिता, क्योंकि रले हुए ने, एक दूजे नूं सप्लीमेंट कर रहे हैं, एक दूजे नूं ढक रहे हैं। पर अज कांग्रेस ते आम आदमी पार्टी नूं इस गल दा लोकां दी कचहरी विच जवाब देना पऊ कि जे पंजाब विच धीआं भैणां दी इज्जत ऐ रोली जाऊ, वो सरकारां चुप करके क्यों बैठणगीਆਂ। मैं एक गल जरूर कह देनी चाहुंदा, असीं 3 दिन उड़ीकिया, श्रोमणी अकाली दल ने कोई कार्रवाई नहीं की। न्यूज़ आ गई अज तो 2 दिन पहले रात को 10 बजे ये सर्कुलेट हो गई सी न्यूज़ कि 16/11 की कंप्लेंट है। अज 18 दिन 2 दिन असी चुप रहे कि ये कॉगनीजेबल ऑफेंस है। ये कॉगनीजेबल ऑफेंस विच सुप्रीम कोर्ट की क्लीयर जजमेंट है, वो कहते कंटैंप्ट ऑफ कोर्ट बनती है उस पुलिस अफसर से जिहड़ा कॉगनीजेबल ऑफेंस दे विच परचा रजिस्टर तो इनकार करे। पर अफसोस ये क्लीन चिटां की सरकार ने एडे वड्डे गुनाह विच भी अज चुप धारी हुई है। सो मैं इक्को गल कहनी चाहुंदा इत्थे कि पंजाब इस गल नूं कदे परवाह नहीं करू। पंजाब वो धरती है जिथे मुगलों दियां मुगल इत्थों बीबियां ले जाते रहे, उन्हां दी इज्जत बचाउण पिछे पंजाबियां ने पंथ ने कुर्बानियां कीतियां। ते अज जे लुधियाने विच एक राजनीतिक शक्ति अख्तियार करन तो बाद कोई व्यक्ति विशेष हो जिड्डा मर्जी वड्डा होवे, भावें सिमरजीत सिंह बैस तो भी वड्डा होवे, वो इस कानून के दायरे चों श्रोमणी अकाली दल कदे नहीं निकलन देऊ। इस केस के तत्थ सारे इन डैप्थ इन डिटेल हरीश जी नूं पता है। हरीश जी हुण तुहाडे नाल सारियां साझियां गाबड़िया साहब तो फिर वाइंड अप कर देना। पहला बोल चलो पहला कर बड़े हैं। मेरे तो पहला जो गरेवाल साहब ने दस्सिया ये तो कहानी हुंदी आ, मैं पिछोकड़ की कहानी दसदा। ये हाली शादीशुदा नहीं, जदों एक लड़की लैके गया सीगा ते फीएट गड्डी सी शिमले के उरले बन्ने उल्ट गई, दरख्तां नाल टरा गई। मैं इहनूं छुड़ा के लैके आया सी उत्थों। ये अज दी गल नहीं, एक लड़की नाल थोड़ा संबंध सी इहदे। और ये है की सीगा, स्कूलों दीयां फीसां मैं दिंदा रहा इन्हां दीयां। आ वड्डा जिहड़ा बलविंदर सिंह मेरी गड्डी चलाउंदा हुंदा सी, ये सिमर नूं मैं हाकम सों दे जिहड़ा साबका मेयर आ उहदे पट्ठे ते मैं लवाया। रोटी नहीं चलदी, काम बिल्कुल डैड सीगा। सरदार मोहन सिंह इन्हां दे पिता जी नौकरी करदे हुंदे सीगे फैक्टरी दे विच, ते अज ये अरबा खरबा पति कित्थों बन गए। लोकां नूं इमानदार कहंदे, असीं इमानदार हाँ। लुधियाने दे विच किन्ने इंडस्ट्रीलिस्ट ने, उन्होंने किसी ने पुछ के वेख लो भी इन्नी चढ़ाई किहदी हो गई। फिर जिन्ने अतवादी सी सारे इन्हां दे घरे ठहरदे सीगे और उन्हां दा रुपईया भी इन्हां दे घरे ठहरदा रहा। फिर म्यूनसिपल कारपोरेशन दे विच कांग्रेस नाल समझौता करके यह बलविंदर सिंह बैंस ने 50 लाख रुपया लिया। और ये जिहड़े बंदे आ ये किते अज दे नहीं गे, ये डाकू ने। ये लोक इंसाफ पार्टी बनाई बैठे आ। लोकां दा इंसाफ की ये तो लोकां नाल बेइंसाफी कर रहे हैं। इंसाफ की गल कित्थे आ? ये तो लुटेरे ने, लोकां दे प्लाटां दे कब्जे करने, हेरा फेरियां करनियां, ब्लैकमेल करना लोकां नूं ब्लैकमेल करके उन्हां तों पैसे लेने। म्यूनसिपल कारपोरेशन अज भी इनकुआरी हो जाए सी जून की तो अरबां रुपया निकलूगा। जिहड़ा 500 गज का प्लाट सी उत्थे करके ते 100 गज का प्लाट किया होया कंप्यूटर दे विच। उहदी सारी इनकुआरी तो होवे, किते पता लगे कि करदे की रहे ने। ये अपनी जित लई केवल अपनी जित लई वेंदे आ किहड़ी पार्टी हुण मेरी साडी सपोर्ट कर सकदी आ। कदी कांग्रेस चले जांदे ने, कि इन्हां ने महाराणी पटियाले तो सपोर्ट नहीं लई, उहदे नाल नहीं रहे, सिमरजीत सिंह मान नाल नहीं रहे, श्रोमणी अकाली दल विच आए। इन्हां वफादारी किहने कीती आ? किहदे नाल? इन्हां किसे नाल वफादारी नहीं कीती, लोकां नाल भी वफादारी नहीं कीती जिन्हां तो वोटां लईआं। किते एक इट नहीं लाई 2 हलकियां दे विच जाके देख लो, किते एक इट। और ये बंदे जिहड़े आ ये विश्वासघात आ। और मैं समझदा कि सब तो वड्डे जे सब तो वड्डे लभने पैणगे ते लुटेरे आ, जिहड़े कहंदे असीं इंसाफ पसंद आ।
ਇੰਨਾ ਰੁਪਈਆ ਕਿੱਥੋਂ ਆਇਆ ਦੱਸਣ ਤਾਂ ਸਹੀ। ਐਡੀਆਂ ਐਡੀਆਂ ਕੋਠੀਆਂ ਕਿੱਥੋਂ ਬਣ ਗਿਆ? 150 ਗਜ ਦਾ ਪਲਾਟ ਮਕਾਨ ਸੀ ਇਹਨਾਂ ਦਾ। ਇੱਕ ਮੱਝ ਹੁੰਦੀ ਸੀ ਜਿਹੜੀ ਚਾਰਨ ਵਾਸਤੇ ਜਾਂਦੀ ਸੀ ਇਹਨਾਂ ਦੀ ਮਾਤਾ ਜੀ ਗਲੀਆਂ ਦੇ ਵਿੱਚ, ਉੱਥੇ ਖੇਤਾਂ ਦੇ ਵਿੱਚ। ਇਹਨਾਂ ਕੋਲ ਹੈ ਕੀ ਸੀਗਾ? ਤਾਂ ਇਸ ਕਰਕੇ ਮੈਂ ਸਮਝਦਾ ਕਿ ਇਹਨਾਂ ਦਾ ਕਿਤੇ ਨਾ ਕਿਤੇ ਦੇਰ ਹੈ ਅੰਧੇਰ ਨਹੀਂ, ਕਿਤੇ ਨਾ ਕਿਤੇ ਪਰਦਾ ਜਿਹੜਾ ਉਹ ਖੁੱਲ੍ਹ ਜਾਂਦਾ ਵੀ ਇਹਨਾਂ ਨੇ ਪਿਛਲੇ ਸਮੇਂ 'ਚ ਕੀ ਸੀ ਤੇ ਹੁਣ ਕੀ ਨੇ। ਤੇ ਇਸ ਕਰਕੇ ਇਹਨਾਂ ਦੀ ਇਨਕੁਆਇਰੀ CBI ਤੋਂ ਹੋਣੀ ਚਾਹੀਦੀ ਆ। ਸਾਰੀ ਡਿਟੇਲ ਪੁੱਛਣੀ ਚਾਹੀਦੀ ਆ ਕਿ 1992 'ਚ ਕੀ ਸੀਗੇ, 1991 ਕੀ ਸੀ, ਤੇ ਉਸ ਤੋਂ ਬਾਅਦ ਐਡੀ ਜਲਦੀ ਇੰਨੀ ਤਰੱਕੀ ਕਿੱਥੋਂ ਕੀਤੀ ਇਹਨਾਂ ਨੇ। ਇਹਦਾ ਜ਼ਰੂਰ ਇਨਕੁਆਇਰੀ ਹੋਣੀ ਚਾਹੀਦੀ। ਮੈਂ CBI ਤੋਂ ਇਨਕੁਆਇਰੀ ਦੀ ਮੰਗ ਕਰਦਾ। ਇੱਕ ਸੈਕਿੰਡ ਸਵਾਲ ਬਾਅਦ 'ਚ ਕਰ ਲੈਣ, ਪਹਿਲਾਂ ਹਰੀਸ਼ ਜੀ ਸਾਰਾ ਦੱਸ ਦੇਣ ਫੈਕਟਸ। ਮੇਰੇ ਸਵਾਲ ਕਰ ਨਹੀਂ ਨਾਲ ਦੇ ਬਾਅਦ 'ਚ ਕਰ ਲੈਣ, ਕੋਈ ਨਹੀਂ। ਇਹ ਲੇਡੀ ਦੀ ਕੰਪਲੇਂਟ ਹੁਣ ਪਬਲਿਕ ਡੋਮੇਨ 'ਚ ਹੈ, ਸਾਰਿਆਂ ਨੂੰ ਪਤਾ ਹੈ। ਸਿਰਫ ਤੇ ਸਿਰਫ ਜਿੱਥੇ ਚੀਟਿੰਗ ਦੇ ਕੇਸ ਹੋਣ, ਫੋਰਜਰੀ ਦੇ ਕੇਸ ਹੋਣ, ਉਹਦੇ ਵਿੱਚ ਸੁਪਰੀਮ ਕੋਰਟ ਦੀਆਂ ਜਜਮੈਂਟਸ ਹੈ ਕਿ ਕੇਸ ਰਜਿਸਟਰ ਕਰਨ ਤੋਂ ਪਹਿਲਾਂ ਪੁਲਿਸ ਪ੍ਰੀਲਿਮਿਨਰੀ ਇਨਕੁਆਇਰੀ ਕਰ ਸਕਦੀ ਹੈ, ਵਰਨਾ ਜੋ ਡਿਸਕਲੋਜ਼ ਆਫੈਂਸ ਹੁੰਦਾ ਉਹਦਾ ਕੇਸ ਰਜਿਸਟਰ ਕਰਨਾ ਲਾਜ਼ਮੀ ਹੈ। ਜਿੱਥੇ ਤੱਕ ਹਰਟ ਕੇਸ ਹੈ, ਮਰਡਰ ਕੇਸ ਹੈ, 307 ਦਾ ਕੇਸ ਹੈ, ਰੇਪ ਦਾ ਕੇਸ ਹੈ, ਜੋ ਕਲੀਅਰ ਸਪੈਲ ਆਊਟ ਵਿਦ ਇੰਸਟੈਂਸਿਸ ਕੀਤਾ ਹੋਇਆ ਹੈ, ਅੱਜ ਤੱਕ ਪੁਲਿਸ ਹਰ ਕੇਸ ਸਿੱਧਾ ਰਜਿਸਟਰ ਕਰਦੀ ਹੈ। ਅਨਫੋਰਚੂਨੇਟ ਹੈ ਕਿ ਕਾਂਗਰਸ ਸਰਕਾਰ ਦੀ ਪ੍ਰੋਟੈਕਸ਼ਨ 'ਚ ਇਹਦੇ 'ਤੇ ਕੇਸ ਰਜਿਸਟਰ ਨਹੀਂ ਕੀਤਾ ਜਾ ਰਿਹਾ। ਇਹ ਆਸ਼ੂ ਨਾਲ ਘਿਓ ਖਿਚੜੀ ਦੀ ਗੱਲ ਕੀਤੀ ਹੈ। ਇਕੱਲਾ ਇਹੀ ਨਹੀਂ ਹੈ, ਇਹ ਹਰ ਪਾਸੇ ਹੱਥ ਮਿਲਾ ਕੇ ਰੱਖਦੇ ਹੈ। ਆਮ ਆਦਮੀ ਪਾਰਟੀ ਅੱਜ ਚੁੱਪ ਕਿਉਂ ਬੈਠੀ ਹੈ? ਸਿਧਾਂਤਕ ਗੱਲਾਂ ਕਰਨ ਵਾਲੀ ਪਾਰਟੀ ਅੱਜ ਚੁੱਪ ਕਿਉਂ ਬੈਠੀ ਹੈ? ਕਿਉਂਕਿ ਇਹ ਤੁਹਾਡਾ ਸਾਥੀ ਸੀ, ਤੁਹਾਡਾ ਹਮਸਾਇਆ ਸੀ ਪਿਛਲੀਆਂ ਅਸੈਂਬਲੀ ਇਲੈਕਸ਼ਨਾਂ 'ਚ। ਆਉਣ ਵਾਲੇ ਭਵਿੱਖ ਦੇ ਵਿੱਚ ਤੁਸੀਂ ਇਹਨੂੰ ਕਿਤੇ ਨਾ ਕਿਤੇ ਆਪਣੇ ਨਾਲ ਬਲੌਕ ਫਸਾਉਣਾ ਚਾਹੁੰਦੇ ਹੋ। ਕੈਪਟਨ ਸਾਹਿਬ ਚੁੱਪ ਕਿਉਂ ਹੈ? ਕਿਆ ਇਹ ਗੱਲਾਂ ਸੱਚੀਆਂ ਕਿ ਕਾਂਗਰਸ ਨਾਲ ਰਲ ਕੇ ਐਤਕੀ ਇਲੈਕਸ਼ਨ ਲੜਨ ਦੀ ਇਹਨਾਂ ਦੀ ਬਿਉਂਤ ਬਣੀ ਹੋਈ ਹੈ? ਕਿਉਂ ਇਹ FIR ਨਹੀਂ ਹੋਈ? ਕਿਆ ਕੈਪਟਨ ਸਰਕਾਰ ਮੌਕਾ ਦੇ ਰਹੀ ਹੈ ਬੈਂਸ ਬ੍ਰਦਰਜ਼ ਨੂੰ ਕਿ ਇਸ ਔਰਤ ਨੂੰ ਡਰਾ ਲੈਣ, ਧਮਕਾ ਲੈਣ, ਲੁਭਾ ਲੈਣ, ਪੈਸੇ ਦੇ ਲੈਣ, ਇਹਦੀ ਆਵਾਜ਼ ਦੱਬ ਦੇਣ, ਮਸਲ ਆਊਟ ਕਰ ਦੇਣ? ਜਿਸ ਦਿਨ ਇਹ ਕੰਪਲੇਂਟ ਦੇ ਕੇ ਜਾਂਦੀ ਹੈ ਕਮਿਸ਼ਨਰ ਨੂੰ, ਪਰਸੋਂ ਸਵੇਰੇ, ਸ਼ਾਮ ਨੂੰ ਇਹਨਾਂ ਦਾ ਭਰਾ ਉਹਦੇ ਘਰ ਦੇ ਬਾਹਰ ਖੜ ਕੇ 20 ਫੋਨ ਕਰਦਾ, ਉਹਨੂੰ ਬਾਹਰ ਬੁਲਾਉਂਦਾ ਹੈ। ਪਬਲਿਕ ਡੋਮੇਨ 'ਚ ਹੈ ਉਹਦੀ ਸਕਰੀਨਸ਼ਾਟ। ਇਹਦੇ ਇੰਨਾ ਹੀ ਨਹੀਂ ਹੈ, ਫਿਰ ਉਹਦੇ ਬਾਪ ਕੋਲ ਜਾ ਕੇ ਦੱਸਦਾ ਤੇਰੀ ਕੁੜੀ ਨੇ ਆ ਕੀ ਕੀਤਾ, ਬਦਨਾਮ ਹੋਣਗੇ। ਉਹਦੇ ਬਾਪ ਤੇ ਭਰਾ ਨੂੰ ਨਹੀਂ ਸੀ ਪਤਾ, ਉਹਨਾਂ ਨੂੰ ਵੀ ਇਹਦੇ ਅਗੇਂਸਟ ਕਰਨ ਦੀ ਕੋਸ਼ਿਸ਼ ਕੀਤੀ। ਇਹਦੇ ਬਾਵਜੂਦ ਉਹ ਕੁੜੀ ਦਲੇਰੀ ਨਾਲ ਕੱਲ ਬਿਆਨ ਦੇ ਕੇ ਗਈ ਹੈ। WhatsApp ਇਹਨਾਂ ਦੇ ਤੇ ਇਹਨਾਂ ਦੇ ਭਰਾ ਦੇ, ਸਿਮਰਜੀਤ ਸਿੰਘ, ਲਗਾਤਾਰ ਹੈਲੋ ਹਾਏ ਕਾਹਦੇ ਲਈ ਬੁਲਾਉਂਦੇ ਹੈ? ਦਫ਼ਤਰ 'ਚ ਪਹੁੰਚ ਜਾ, ਪਿਛਲੇ ਦਫ਼ਤਰ 'ਚ ਬੈਠ ਜਾ, ਮੈਂ ਆ ਗਿਆ। ਫਿਰ ਅੱਜ ਕਿੱਥੇ ਆਵਾਂ? ਅੱਜ ਭਾਬੀ ਘਰ ਆ ਜਾ। ਕਿਹੜਾ ਭਾਬੀ ਕੀ ਆ? ਉਹ ਕੁੜੀ ਨੇ ਬਿਆਨ ਦਿੱਤੇ ਹੈ, ਲਾਈਵ ਹੋ ਕੇ ਸਟੇਟਮੈਂਟ ਦਿੱਤੀ ਹੈ ਕਿ ਭਾਬੀ ਦੇ ਨਾਲ ਵੀ ਇਹਨਾਂ ਦੇ ਰਿਸ਼ਤੇ ਅਜੀਬ ਹੈ। ਭਾਬੀ ਦੇ ਮੁੰਡੇ ਨੂੰ ਇਸ ਕੁੜੀ ਦੇ ਸਾਹਮਣੇ ਸੋਡਮਨਾਈਜ਼ ਕੀਤਾ ਹੈ। ਇਸ ਕੁੜੀ ਦਾ ਫਿਰ ਰੇਪ ਉਸ ਮੁੰਡੇ ਦੇ ਸਾਹਮਣੇ ਕੀਤਾ ਕਿ ਉਹ ਦੋਨੇ ਇੱਕ ਦੂਜੇ ਅੱਗੇ ਨੰਗੇ ਹੋਣ, ਸ਼ੇਅਰ ਨਾ ਕਰਨ। ਇੰਨੀ ਘਿਨੌਣੀ ਹਰਕਤ ਰੇਪ ਤਾਂ ਕੋਈ ਕਰਦਾ ਸੁਣਿਆ, ਇਹ ਸੈਡਿਸਟਿਕ ਪਲੇਅਰਸ ਲੈਂਦਾ ਸੈਕਸ਼ੂਅਲ ਅਸੌਲਟਸ ਕਰਨ ਦਾ। ਇਹ ਲੱਗਦਾ ਹੈ ਕਿ ਇੱਕ ਹੈਬਿਚੁਅਲ ਸਿਕ ਮੈਨ ਹੈ। ਐਂਡ ਇਹਦਾ ਭਰਾ ਕੀ ਕਹਿੰਦਾ ਹੈ ਉਸ ਨੂੰ? ਚਿਹਰਾ ਤਾਂ ਦਿਖਾ ਦਿਓ, ਮੁਖੜਾ ਤਾਂ ਦਿਖਾ ਦਿਓ, ਫੇਸ ਤੇ ਤਾਂ ਆ ਜਾਓ। ਇਹ ਕੀ ਚੱਲ ਰਿਹਾ? ਇਹ ਕਹਿਣਾ ਚਾਹੁੰਦੇ ਆ ਕਿ ਮੈਂ ਪਾਣੀਆਂ ਦੀ ਲੜਾਈ ਵਿੱਢੀ ਹੈ ਤਾਂ ਆਇਆ। ਬੈਂਸ ਸਾਹਿਬ, ਇਹ 6 ਮਹੀਨੇ ਤੋਂ ਜਿਹੜੇ ਹਾਏ ਤੇ ਭਾਬੀ ਦੇ ਘਰ ਤੇ ਬਲਜਿੰਦਰ ਕੌਰ ਨੂੰ ਭੇਜਦੇ ਸੀ, ਇਹਨਾਂ ਪੰਗਾ ਨਾ ਲਈ। ਬੈਂਸ ਤਾਂ ਇਹਦੇ ਥੱਲੇ ਹੀ ਰਹੋ ਇਸ ਢੰਗ ਨਾਲ। ਇਹ ਬੜਾ ਅਨਫੋਰਚੂਨੇਟ ਹੈ। ਇਹ ਅਨਪ੍ਰੈਸੀਡੈਂਟਡ ਕੇਸ ਹੈ ਇੰਡੀਅਨ ਇਤਿਹਾਸ 'ਚ, ਪੰਜਾਬ ਦੇ ਇਤਿਹਾਸ 'ਚ, ਕਿ ਪ੍ਰੋਮਪਟਲੀ ਕੇਸ ਰਜਿਸਟਰ ਨਾ ਕੀਤਾ ਹੋਵੇ, ਇਸ ਲੇਡੀ ਨੂੰ ਪ੍ਰੋਟੈਕਸ਼ਨ ਨਾ ਦਿੱਤੀ ਹੋਵੇ। ਕਿੰਨਾ ਰੌਲਾ ਪਾਉਂਦੇ ਸੀ ਯੂਪੀ ਦੇ ਕੇਸ ਦਾ। ਕੈਪਟਨ ਸਾਹਿਬ, 5 ਦਿਨਾਂ ਦੇ ਵਿੱਚ ਤੁਸੀਂ ਚਲਾਨ ਦਿੱਤਾ ਇੱਕ ਕੇਸ ਦਾ, ਰੇਪ ਦਾ, ਪੰਜਾਬ ਦਾ। ਜੇ ਇਹਨੂੰ ਹਫਤੇ 'ਚ ਦਿਓਗੇ ਤਾਂ ਤੁਹਾਨੂੰ ਮੰਨਾਂਗੇ, ਨਹੀਂ ਤਾਂ ਯੂ ਆਰ ਕੰਪਲਿਸ ਆਫ ਦਿਸ ਮੈਨ। ਤੁਹਾਡੀ ਸਾਠ ਗਾਂਠ ਹੈ ਇਸ ਕ੍ਰਾਈਮਸ ਦੇ ਵਿੱਚ। ਤੇ ਮੈਂ ਤਾਂ ਇਹ ਵੀ ਡਿਮਾਂਡ ਕਰੂੰਗਾ ਕਿ ਇਹਦੀ ED ਦੀ ਇਨਕੁਆਇਰੀ ਹੋਣੀ ਚਾਹੀਦੀ ਹੈ। ਇਹਦੀ ਵੈਲਥ ਕਿੱਥੋਂ ਆਈ ਹੈ, ਕਿੱਥੋਂ ਇਹਨੇ ਇੰਨੀ ਵੈਲਥ ਕੀਤੀ ਹੈ? ਕੈਪਟਨ ਸਾਹਿਬ ਦੀ ਜੇ ਵਿਜੀਲੈਂਸ ਵਿਭਾਗ
ਹੱਥ ਤੇ ਹੱਥ ਧਰ ਕੇ ਬੈਠਾ ਹੈ ਤਾਂ ਸੈਂਟਰ ਗਵਰਨਮੈਂਟ ਨੂੰ ਬੇਨਤੀ ਕਰਾਂਗੇ ਤੁਹਾਡੇ ਮਾਧਿਅਮ ਤੋਂ ਕਿ ਉਹਨਾਂ ਨੂੰ ਇਹਨਾਂ ਤੇ ਐਕਸ਼ਨ ਲੈਣਾ ਚਾਹੀਦਾ ਹੈ। ਇਹਨਾਂ ਦੀ ਗਰੋਥ ਆਫ ਵੈਲਥ ਡੈਫੀਨੇਟਲੀ ਅਸਰਟਨ ਕਰਨੀ ਚਾਹੀਦੀ ਹੈ। ਐਂਡ ਮੈਂ ਸਮਝਦਾ ਕਿ ਜੇ ਇਮੀਡੀਏਟਲੀ ਇਹਦੇ ਤੇ ਕੇਸ ਰਜਿਸਟਰ ਹੋ ਕੇ ਇਹਨੂੰ ਅਰੈਸਟ ਨਹੀਂ ਕੀਤਾ ਜਾਂਦਾ, ਇਟ ਮੀਨਸ ਈਵਨ ਇੱਥੇ ਦੀ ਲੋਕਲ ਕਾਂਗਰਸ ਲੀਡਰਸ਼ਿਪ ਨਹੀਂ, ਇੰਟਾਇਰ ਲੀਡਰਸ਼ਿਪ ਆਫ ਕਾਂਗਰਸ ਇਹਨਾਂ ਦੀ ਕੰਪਲਿਸ ਹੈ ਤੇ ਇਹਨਾਂ ਦੇ ਨਾਲ ਕਿਤੇ ਨਾ ਕਿਤੇ ਰਲੀ ਹੋਈ ਹੈ। ਸੋ ਇਹ ਅਨਫੋਰਚੂਨੇਟ ਹੋਊਗਾ ਜੇ ਇਸ ਕਿਸਮ ਦੇ ਦਰਿੰਦੇ ਨੂੰ ਲਗਾਮ ਨਹੀਂ ਪਾਈ ਜਾਵੇ। ਬਹੁਤ ਬਹੁਤ ਧੰਨਵਾਦ। ਫਿਰ ਸਰ ਨਹੀਂ ਸਰ, ਮੈਂ ਦੋ ਖੈਰ ਜੀ ਇੱਕ ਪਹਿਲਾਂ ਬੋਲ ਲੈਣ ਤੇ ਫਿਰ ਤੋਂ ਪਹਿਲਾਂ ਕਰ ਲਓ ਜੀ, ਲਾਈਵ ਚੱਲ ਰਿਹਾ ਹੈ ਉਹਦੇ ਟਾਈਮ ਪੜੋਸੀ ਸਾਡੀ ਸੂਬੇ ਦੀ ਬਦਕਿਸਮਤੀ ਹੈ, ਉੱਚੀ ਸਪੀਕਰਾਂ ਚ ਆਵੇ। ਲੇਡੀ 3 ਦਿਨ ਤੋਂ ਵਿਚਾਰੀ ਧੱਕੇ ਖਾਂਦੀ ਫਿਰ ਰਹੀ ਹੈ। ਲੇਡੀ ਦੇ ਨਾਲ ਕੋਈ ਪੋਲੀਟੀਕਲ ਬੰਦਾ ਤਾਂ ਕੋਈ ਨਹੀਂ ਗਿਆ, ਆਪਣੇ ਆਪ ਗਈ। ਇਹ ਤੋਂ ਪੰਜਾਬ ਦਾ ਮਾੜਾ ਕੇਸ ਕੀ ਹੋ ਸਕਦਾ ਹੈ ਕਿ ਉਹ ਦਰ ਦੀਆਂ ਠੋਕਰਾਂ ਖਾ ਰਹੀ ਹੈ ਤੇ ਪਰਚਾ ਦਰਜ ਨਹੀਂ ਹੋ ਰਿਹਾ। ਇਹਦਾ ਮਤਲਬ ਇਹ ਹੈ ਕਿ ਸਰਕਾਰ ਵੀ ਹੋਰ ਵੀ ਸਾਰੇ ਰਲੇ ਮਿਲੇ ਨੇ। ਜੇ ਮੈਂ ਸਮਝਦਾ ਇਸ ਲੇਡੀ ਨੂੰ ਵੀ ਇਨਸਾਫ ਨਹੀਂ ਮਿਲਦਾ ਤਾਂ ਆਉਣ ਵਾਲੇ ਸਮੇਂ 'ਚ ਅਸੀਂ ਆਸ ਨਾ ਰੱਖੀਏ, ਚਾਹੇ ਕੋਈ ਪ੍ਰੈਸ ਹੋਵੇ, ਚਾਹੇ ਕੋਈ ਪੋਲੀਟੀਕਲ ਬੰਦਾ ਹੋਵੇ, ਚਾਹੇ ਕੋਈ ਹੋਰ ਬੰਦਾ ਹੋਵੇ, ਜਿਹਨੂੰ ਕੋਈ ਇਨਸਾਫ ਮਿਲਦੀ ਆਸ ਨਹੀਂ। ਤਾਂ ਮੈਂ ਸਮਝਦਾ ਸਾਰੀਆਂ ਗੱਲਾਂ ਗਰੇਵਾਲ ਸਾਹਿਬ ਨੇ, ਗੱਭੀ ਸਾਹਿਬ ਨੇ, ਕਾਂਡਾ ਸਾਹਿਬ ਨੇ ਤੁਹਾਡੇ ਨਾਲ ਕੀਤੀਆਂ ਨੇ। ਇਹ ਬਹੁਤ ਵੱਡਾ ਕੇਸ ਜਨਤਾ ਦੇ ਸਾਹਮਣੇ ਆਇਆ। ਸਾਹਮਣੇ ਵੀ ਜਿਹੜੇ ਤਕਰੀਬਨ ਹਰੇਕ ਦੇ ਘਰ ਦੇ ਵਿੱਚ ਬੱਟੇ ਮਾਰਦੇ, ਹਰੇਕ ਦੇ ਘਰ ਦੇ ਵਿੱਚ ਜਾ ਕੇ ਬੱਟੇ ਮਾਰਦੇ ਸੀਗੇ, ਅਤੇ ਅੱਜ ਜਦੋਂ ਉਹਨਾਂ ਨੇ ਕੋਈ ਬੱਟਾ ਨਹੀਂ ਕਿਸੇ ਨੇ ਮਾਰਿਆ, ਅੱਜ ਤਾਂ ਲੇਡੀ ਵਿਚਾਰੀ ਆਪ ਦਰਦਾਂ ਤੋਂ ਠੋਕਰਾਂ ਖਾ ਰਹੀ ਹੈ। ਸੋ ਇਹ ਕੇਸ ਹਰ ਹਾਲਤ ਦੇ ਵਿੱਚ ਬਿਨਾਂ ਦੇਰੀ ਤੋਂ ਰਜਿਸਟਰ ਹੋਣਾ ਚਾਹੀਦਾ। ਉਹ ਜਿਹੜੀ ਲੇਡੀ ਆ ਉਹਨੂੰ ਵਿਚਾਰੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਜੇ ਉਹ ਲੇਡੀ ਨੂੰ ਇਨਸਾਫ ਨਾ ਮਿਲਣਾ ਤਾਂ ਅਸੀਂ ਫਿਰ ਆਸ ਨਾ ਰੱਖੀਏ ਕਿਸੇ ਨੂੰ ਇਨਸਾਫ ਨਹੀਂ। ਮੈਂ ਇੱਕ ਗੱਲ ਇੱਥੇ ਹੋਰ ਕਹਿਣੀ ਚਾਹੁੰਦਾ ਕਿ ਆਹ ਚਾਟ ਹੈ ਜਿਹੜੀ ਟਾਂਡਾ ਸਾਹਿਬ ਨੇ ਤੁਹਾਨੂੰ ਦਿਖਾਈ ਹੈ, ਚਾਟ ਜਿਹੜੀ ਚੈਟ ਬਿਟਵੀਨ ਦਿਸ ਲੇਡੀ ਐਂਡ ਬੈਂਸ ਹੈ, ਇਹ 18-20 ਸਫ਼ਿਆਂ ਦੀ ਹੈ, ਇੱਕ ਦਿਨ ਦੀ ਨਹੀਂ। ਜੇ ਇਹ ਹੁਣ ਦੱਸਣ, ਬੈਂਸ ਸਾਹਿਬ ਕਹਿੰਦੇ ਹੈ ਕਿ ਰਾਜਨੀਤਿਕ ਸ਼ੋਸ਼ਣ ਹੋ ਰਿਹਾ ਹੈ। ਸਰਦਾਰ ਸਿਮਰਜੀਤ ਸਿੰਘ ਜੀ, ਜੇ ਰਾਜਨੀਤਿਕ ਸ਼ੋਸ਼ਣ ਕਰਨ ਵਾਲੀ ਸੀ ਆਪਾਂ 6 ਮਹੀਨੇ ਦੇ ਨਾਲ ਕਿਉਂ ਇਹ ਜਾਰੀ ਪਾਈ ਹੋਈ ਸੀ? ਆ ਕਿਉਂ ਮੈਸੇਜ ਇਹੋ ਜਿਹੇ ਕਰ ਰਹੇ ਸੀ ਜਿਹੜੇ ਪਰਸਨਲ ਫਰੈਂਡਲੀ ਮੈਸੇਜ ਹੁੰਦੇ ਆ, ਕਿਉਂ ਕਰ ਰਹੇ ਸੀ? ਜੇ ਉਹ ਓਪਰੀ ਸੀ, ਜੇ ਇਹ ਰਾਜਨੀਤਿਕ ਖੇਡ ਰਹੀ ਸੀ ਤੇ ਆਪਣੀ ਇੰਨੀ ਸਾਂਝ ਕਿਉਂ? ਕਿਉਂਕਿ ਇੱਕ ਹੱਦ ਤੱਕ ਹੁੰਦਾ ਕੋਈ ਬੰਦਾ ਜ਼ਿਆਦਤੀ ਨੂੰ ਟੋਲਰੇਟ ਕਰ ਸਕਦਾ। ਜਦ ਉਸ ਔਰਤ ਦੇ ਸਿਰੋਂ ਪਾਣੀ ਲੰਘਿਆ, ਮੈਂ ਇੱਕ ਗੱਲ ਇੱਥੇ ਹੋਰ ਵੀ ਬੜੀ ਤੁਹਾਡੇ ਸਾਹਮਣੇ ਕਲੀਅਰ ਕਰਨੀ ਚਾਹੁੰਦਾ ਕਿ ਇਹ ਜਿਹੜੀ ਰਾਜਨੀਤੀ ਕਹਿੰਦੇ ਆ, ਸ਼੍ਰੋਮਣੀ ਅਕਾਲੀ ਦਲ 2 ਦਿਨ ਦਾ ਚੁੱਪ ਬੈਠਾ ਸੀ, ਪਰ ਜਦ ਅੱਜ ਅਸੀਂ ਦੇਖਿਆ ਕਿ ਉਸ ਬੱਚੀ ਨੇ ਆਪ ਪ੍ਰੈਸ ਕਾਨਫਰੰਸ ਕਰ ਲਈ ਹੈ, ਸੁਸ਼ਾਂਤ ਦੀ ਗੱਲ ਕੀਤੀ, ਅਸੀਂ ਉਦੋਂ ਬਾਅਦ ਫਿਰ ਇਹ ਮੰਚ ਬਣਾਇਆ ਕਿ ਦੇਖੋ ਕਿੱਡੀ ਉਹ ਡੈਸਪਰੇਟ ਔਰਤ ਹੈ, ਕਿੱਡੀ ਉਹ ਫਰਸਟ੍ਰੇਟਡ ਔਰਤ ਹੈ, ਕਿੱਡੀ ਉਹ ਵਿਚਾਰੀ ਇਸ ਵੇਲੇ ਹਾਲਾਤਾਂ ਦੇ ਵਿੱਚ ਘਿਰੀ ਹੋਈ ਔਰਤ ਹੈ, ਜਿਹਨੇ ਕਿਹਾ ਕਿ ਜੇ ਮੈਨੂੰ ਇਨਸਾਫ ਨਾ ਮਿਲਿਆ ਮੈਂ ਸੁਸਾਈਡ ਕਮਿਟ ਕਰ। ਮੈਂ ਇੱਕ ਗੱਲ ਬਹੁਤ ਸਪਸ਼ਟ ਕਰ ਦੇਣੀ ਚਾਹੁੰਦਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਵੀ, ਸਰਕਾਰਾਂ ਪੋਲੀਟੀਕਲ ਬੰਦੇ ਕੁਛ ਗਲਤ ਕਰਾਉਣ ਨਾ ਕਰਾਉਣ, ਆਖਰ ਜਿਹੜੇ ਨਹੀਂ ਕਰਦੇ ਭੁਗਤਣੀਆਂ ਉਹਨਾਂ ਨੂੰ ਪੈਂਦੀਆਂ ਨੇ। ਸਮੇਂ ਨਾਲ ਰਿਸਪੌਂਸੀਬਿਲਿਟੀ ਉਹ ਅਫਸਰਾਂ 'ਤੇ ਆਉਂਦੀ ਹੈ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਹ ਕੰਮ ਕੀਤਾ ਜਾਵੇ ਤਾਂ ਉਹ ਨਹੀਂ ਕਰਨਗੇ। ਮੈਂ ਉਹਨਾਂ ਨੂੰ ਇਸ ਗੱਲ ਦੀ ਬੇਨਤੀ ਵੀ ਕਰਦਾ ਅਤੇ ਇਸ ਗੱਲ ਦੀ ਚੇਤਾਵਨੀ ਵੀ ਦਿੰਦਾ ਕਿ ਸਰਕਾਰਾਂ ਹਮੇਸ਼ਾ ਇੱਕੋ ਨਹੀਂ ਰਹਿੰਦੀਆਂ ਹੁੰਦੀਆਂ, ਸਮੇਂ ਇੱਕੋ ਨਹੀਂ ਰਹਿੰਦੇ ਹੁੰਦੇ। ਇਹ ਲੇਖੇ ਜੋਖੇ ਹੋਣਗੇ। ਕੌਗਨੀਜ਼ੇਬਲ offense ਹੈ ਜਿਹਦੇ ਵਿੱਚ ਲਾਈਫ ਇੰਪ੍ਰਿਜ਼ਨਮੈਂਟ ਹੈ। ਇਹ ਟਾਈਮ ਬਾਰਡ ਨਹੀਂ ਹੋਣਾ, ਸਮਾਂ ਪੈਣ 'ਤੇ ਕੇਸ ਰਜਿਸਟਰ ਹੋਣਾ, ਟਰਾਇਲ ਕੋਰਟ 'ਚ ਹੋਣੀ ਹੈ। ਇਮਾਨਦਾਰੀ ਸਰਕਾਰ ਦੀ ਜ਼ਿੰਮੇਵਾਰੀ, ਸਰਕਾਰ ਦੀ ਇਨਸਾਨੀਅਤ, ਸਰਕਾਰ ਦਾ ਔਰਤ ਪ੍ਰਤੀ ਰਿਸਪੈਕਟ ਅੱਜ ਸਟੇਕ 'ਤੇ ਹੈ। ਜੇ ਉਹ ਇਸ ਕੇਸ ਵਿੱਚ 1 ਹਫ਼ਤੇ ਦੇ ਅੰਦਰ ਚਲਾਨ ਪੇਸ਼ ਕਰਕੇ ਸਪੈਸ਼ਲ ਕੋਰਟ ਤੋਂ ਵਿਦਿਨ 1 ਮੰਥ ਟਰਾਇਲ ਨਹੀਂ ਕਰਾਉਂਦੇ ਤਾਂ ਇਹਦਾ ਮਤਲਬ ਹੈ ਕਿ ਜੋ ਕੁਛ ਸਰਦਾਰ ਸਿਮਰਜੀਤ ਸਿੰਘ ਬੈਂਸ ਨੇ ਕੀਤਾ ਉਹ ਗੌਰਮੈਂਟ ਦੀ ਪ੍ਰੋਟੈਕਸ਼ਨ ਤਹਿਤ ਕੀਤਾ। ਗੌਰਮੈਂਟ ਉਸ ਗੱਲ ਦੀ ਪਾਰਟੀ ਹੈ, ਜਿਵੇਂ ਹਰੀਸ਼ ਰਾਏ ਜੀ ਨੇ ਕਿਹਾ ਕਿ ਅਸੀਂ ਤਾਂ ਕਹਾਂਗੇ ਕਿ ਉਹ ਇਸ ਕੌਂਸਪੀਰੇਟਰ ਨੇ ਇਸ ਗੱਲ ਵਿੱਚ। ਤੇ ਇੱਕ ਗੱਲ ਬੜੀ ਸਪਸ਼ਟ ਹੈ, ਜੇ ਕਹੋ ਇਕੱਲੇ ਆਸ਼ੂ ਦੇ ਬਚਾਇਆ ਬਚ ਗਿਆ, ਸ਼ਾਇਦ ਆਸ਼ੂ ਦੇ ਆਖੇ ਇਕੱਲੇ ਇੰਨਾ ਤਾਂ ਨਹੀਂ ਬਚਾਉਂਦੇ। ਇਹਦਾ ਮਤਲਬ ਉੱਪਰੋਂ ਵੀ ਕਾਂਗਰਸ ਰਲੀ ਹੋਈ ਹੈ। ਆਸ਼ੂ ਨਾਲ ਤਾਂ ਇਹਦੀ ਜਾਰੀ ਜਗ ਜ਼ਾਹਰ ਹੈ, ਕਿਉਂਕਿ ਟੈਰੋਰਿਸਟਾਂ ਨੂੰ ਉਹ ਸਾਂਭਦਾ ਰਿਹਾ, ਟੈਰੋਰਿਸਟਾਂ ਨੂੰ ਇਹ ਸਾਂਭਦੇ ਰਹੇ।
ਉਹ ਗੱਲ ਨਹੀਂ। ਇੱਕ ਗੱਲ ਬਹੁਤ ਜ਼ਿੰਮੇਵਾਰੀ ਨਾਲ ਅੱਜ ਸ਼੍ਰੋਮਣੀ ਅਕਾਲੀ ਦਲ ਮੰਗ ਕਰਦਾ ਹੈ ਕਿ ਅਕਾਲੀ ਦਲ ਵਿਲ ਨਾਟ ਟੇਕ ਇਟ ਲਾਈਂਗ ਡਾਊਨ। ਅਕਾਲੀ ਦਲ ਮਾਂ ਪਾਰਟੀ ਹੈ ਪੰਜਾਬ ਦੀ। ਅਸੀਂ ਹਰ ਗੱਲ ਉੱਥੇ ਤੱਕ ਕਾਨੂੰਨ ਦੇ ਦਾਇਰੇ ਵਿੱਚ ਰਹਿੰਦੇ ਹੋਏ ਲਿਜਾਵਾਂਗੇ ਜਿੱਥੇ ਬੱਚੀ ਨੂੰ ਇਸ ਨੂੰ ਇਨਸਾਫ ਮਿਲੇ। ਮੈਂ ਇੱਕ ਜਦ ਵਕਾਲਤ ਕਰਦਾ ਸੀ ਉਦੋਂ ਦੀ ਤੁਹਾਨੂੰ ਇੱਥੇ ਕਨਵਿਕਸ਼ਨ ਹੋਈ ਹੈ ਕੇਸ ਵਿੱਚ ਰੇਪ ਦੇ 'ਚ, ਤੇ ਜੱਜ ਸਾਹਿਬ ਨੇ ਇੱਕੋ ਹੀ ਗੱਲ 'ਤੇ ਲਿਖਤੀ ਕਨਵਿਕਸ਼ਨ। ਉਹ ਸੁਪਰੀਮ ਕੋਰਟ ਤੱਕ ਬਹਾਲ ਰਹੀ ਕਿ ਮੈਨੂੰ ਇਸ ਗੱਲ ਦਾ ਜਵਾਬ ਦਿਓ। ਮੁਲਜ਼ਮ ਦੇ ਵਕੀਲਾਂ ਨੂੰ ਕਹਿਣ ਲੱਗੇ, ਉਹ ਕਹਿਣ ਲੱਗੇ ਜੀ ਕਿ ਇਹ ਬੁੜੇ ਨੇ, ਨਿਆਣੀ ਹੈ, ਉਹ 55 ਸਾਲ ਦੇ ਨੇ, 19 ਸਾਲ ਦੀ ਹੈ। ਜੱਜ ਸਾਹਿਬ ਕਹਿਣ ਲੱਗੇ ਕਿ ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ ਕਿ ਸਾਰੇ ਸ਼ਹਿਰ ਵਿੱਚੋਂ, ਇਹ ਸਾਰੇ ਪਿੰਡ ਵਿੱਚੋਂ ਇਹ ਬੱਚੀ ਨੇ, ਇਹਨਾਂ ਦੇ ਨਾਂ ਕਿਉਂ ਨੇ, ਇਹਦੀ ਐਕਸਪਲੇਨੇਸ਼ਨ ਦਿਓ। ਦੱਸਣ, ਐਕਸਪਲੇਨੇਸ਼ਨ ਦੇਣ ਕਿ ਇਸ ਔਰਤ ਦਾ ਕੀ ਉਹਨਾਂ ਦੇ ਨਾਲ ਇੰਨਾ ਟਕਰਾਅ ਸੀਗਾ ਕਿ ਉਹਨਾਂ ਨੇ ਇੰਨਾ ਲਿਆ। ਨਾਲੇ ਜਿਹੜਾ ਚਾਰਜ ਲੱਗਿਆ ਉਹ ਤਾਂ ਮੈਡੀਕਲੀ ਪ੍ਰੂਵ ਹੋ ਜਾਣਾ। ਕਿਉਂ ਨਹੀਂ ਕਰਾਉਂਦੇ ਮੈਡੀਕਲ? ਕਿਉਂ ਨਹੀਂ ਇਹ ਗੱਲ ਸਾਹਮਣੇ ਲਿਆਉਂਦੇ? ਨਾਰਕੋ ਐਨਾਲਿਸਿਸ ਹੋਣਗੇ। ਕਿਉਂ ਨਹੀਂ ਦੁੱਧ ਪਾਣੀ ਕਰਦੇ? ਇਸ ਗੱਲ ਵਿੱਚ ਮੈਂ ਇੱਕ ਗੱਲ ਸਪਸ਼ਟ ਕਰ ਦੇਣੀ ਚਾਹੁੰਦਾ ਕਿ ਬੈਂਸ ਸਾਹਿਬ ਬਥੇਰੇ ਐਕਸਪਲਾਇਟ ਕਰ ਲਿਆ ਲੋਕਾਂ ਨੂੰ। ਪਹਿਲਾਂ ਤਾਂ ਅੱਜ ਪਹਿਲਾ ਵੱਡਾ ਪੁੰਨ ਇਹ ਕਰੋ ਕੇਸ ਰਜਿਸਟਰ ਹੋਣ ਤੋਂ ਪਹਿਲਾਂ ਲੋਕ ਧੱਕਾ ਪਾਰਟੀ ਰੱਖ ਲਓ, ਇਹਦਾ ਨਾਂ ਲੋਕ ਇਨਸਾਫ ਮਿਟਾ ਦਿਓ। ਔਰਤ ਘਾਤ ਪਾਰਟੀ ਇਨਸਾਫ ਵਾਲੀ ਗੱਲ ਤਾਂ ਤੁਹਾਡੀ ਹਿਸਟਰੀ 'ਚੋਂ ਮੁੱਕ ਗਈ। ਮੈਂ ਅੱਜ ਹੋਰ ਗੱਲ ਨਹੀਂ ਕਰਨੀ ਚਾਹੁੰਦਾ। ਸਾਡੇ ਕੋਲ ਉਦੋਂ ਬਾਅਦ ਕਈ ਟੈਲੀਫੋਨ ਆਏ ਨੇ ਜਿਹਦੇ ਵਿੱਚ ਲੋਕਾਂ ਨੇ ਜ਼ਿਆਦਤੀਆਂ ਦੱਸੀਆਂ ਨੇ ਕਿ ਜਿਹੜਾ ਇਹਨਾਂ ਦਾ ਦਫ਼ਤਰ ਆ ਉਹ ਇੰਟੈਰੋਗੇਸ਼ਨ ਸੈਂਟਰ ਆ, ਉੱਥੇ ਬੁਲਾ ਕੇ ਕਿਵੇਂ ਧੱਕੇ ਕਰਦੇ ਨੇ ਲੋਕਾਂ ਦੇ ਨਾਲ, ਉਹ ਫੇਰ ਕਰਾਂਗੇ ਗੱਲ। ਅੱਜ ਸਿਰਫ ਅਸੀਂ ਇੱਥੇ ਕੇਂਦਰਿਤ ਰਹਿਣ ਦਿੰਦੇ ਆ। ਇੱਕ ਐਡ ਕਰਾਂ, ਇਹਨਾਂ ਦੇ ਗਨਮੈਨਸ ਨੂੰ ਪਤਾ ਹੈ। ਉਹ ਕਹਿੰਦੇ ਜੇ ਭਾਬੀ ਦੇ ਕਮਰੇ ਦੀ ਬੱਤੀ ਬੰਦ ਹੋ ਗਈ, ਕਹਿੰਦੇ ਲੋ ਜੀ ਕੰਮ ਚਾਲੂ ਹੋ ਗਿਆ। ਐਵਰੀਵਨ ਨੋਸ, ਬੱਚਾ ਜਾਣਦਾ। ਅੱਗੇ ਜਾ ਕੇ ਦੱਸਾਂਗੇ ਪੂਰੀ ਪੁਲਿਸ ਨੂੰ ਕੇਸ ਰਜਿਸਟਰ ਕਰਨਾ ਪਊ। ਇਹ ਸਿੱਧੇ ਕਰਦੇ ਆ ਕਿ ਛਿੱਤਰ ਖਾ ਕੇ ਕਰਦੇ ਆ, ਇਹ ਦੇਖਣਾ ਕਰਨਾ ਨੂੰ ਪੈਣਾ। राणा साहब 3 दिन हो गए, आज तीसरा दिन है। परसों मिली थी वो लेडी, कल भी कुछ नहीं होया, आज भी कुछ नहीं होया। अगर नहीं करते तो फिर अकाली दल प्रेशराइज करने लिए की स्टेप चुके। All means which are available to us we will take. Including all including everything. All ensure justice to the lady. ਜਰਨੈਲ ਸਾਹਿਬ ਇਨਫਾਈਨਾਈਟ ਜਾਵਾਂਗੇ ਅਸੀਂ। ਉਹ ਕਹਿ ਰਹੇ ਆ ਕਿ ਸਿਆਸੀ ਬਦਲਾਖੋਰੀ ਆ। ਜਦੋਂ ਅਸੀਂ ਯਾਤਰਾ ਕੱਢੀ ਆ ਉਸੇ ਦਿਨ ਇਹ ਕੰਪਲੇਂਟ ਹੋਈ ਹੈ। ਆ ਇੰਨੇ ਮਹੀਨੇ ਪਹਿਲਾਂ ਦੇ ਮੈਸੇਜ ਕਿੱਥੋਂ ਆ ਗਏ? ਉਹ ਯਾਤਰਾ ਕੱਢਦੇ ਹੀ ਇਸ ਕੰਮ ਲਈ ਆਪਣਾ ਆਪ ਨੂੰ ਛਪਾਉਣ ਵਾਸਤੇ। ਹੋਰ ਯਾਤਰਾ 'ਚ ਕੀ ਲੱਭਣਾ ਉਹਨਾਂ ਨੂੰ? ਇੱਥੇ ਤਾਂ ਕੰਮ ਨਹੀਂ ਕਰਦੇ, ਇੱਥੇ ਡੱਕਾ ਤੋੜਦੇ ਨਹੀਂ ਕਿਸੇ ਦਾ। ਯਾਤਰਾ ਇਸ ਕਰਕੇ ਕਰਦੇ ਸਾਡਾ ਜਿਹੜਾ ਆ ਝੂਠ ਦੇ ਪਲੰਦੇ ਲੁਕ ਜਾਣ ਕਿਸੇ ਦਾ ਨਾ। ਦਿਖਾ ਦਿਓ, ਆ ਲਓ ਚੰਨ ਤਾਂ ਦਿਖਾ ਦਿਓ। ਇਹ ਕੀ ਹੈ? ਉਹ ਕਹਿੰਦੀ ਮੈਂ ਬੱਚਿਆਂ ਕੋਲ ਐ, ਇਸ ਲਈ ਮੈਂ ਤੇਰਾ ਫੋਨ ਨਹੀਂ ਚੱਕ ਰਹੀ। ਸਾਡੇ ਗਰੀਬਾਂ ਦਾ ਵੀ ਧਿਆਨ ਕਰ ਲੋ, ਇਹਦਾ ਭਰਾ ਕਹਿੰਦਾ। ਇਹ ਕੀ ਹੈ? ਵਾਟ ਆਰ ਥੀਸ ਮੈਸੇजेस? ਆ ਭਰਾ ਦਾ ਨਾਮ ਕਰਮਜੀਤ। ਆ ਉਹਦੀਆਂ ਫੋਟੋਆਂ, ਉਹਦੇ ਮੈਸੇਜ ਹੈ, ਉਹਦੇ ਲੇਡੀ ਕੋਲ ਸੇਵਡ ਹੈ। ਇਹਨੇ ਕਈ ਡਿਲੀਟ ਕੀਤੇ ਹੋਏ ਆ ਮੈਸੇਜ ਜਿਹੜੇ ਗੰਦਗੀ ਦੇ ਹੋਣੇ ਆ। ਉਹ ਮੈਸੇਜ ਜੇ ਫੋਨ ਦੇਣਗੇ, ਦੇਣ ਫੋਨ ਪੁਲਿਸ ਨੂੰ, ਪੁਲਿਸ ਰਿਵਾਈਵ ਕਰ ਲੂਗੀ। ਉਹਦਾ ਰਿਵਾਈਵ ਹੋ ਜਾਣੇ 6 ਮਹੀਨੇ ਦੇ ਅੰਦਰ। ਇਹ ਫੋਨ ਜਿਵੇਂ ਪਿਸਤੌਲ ਗਾਇਬ ਹੋਈ ਹੈ ਨਾ ਉਹਦੀ ਤਹਿਸੀਲਦਾਰ ਦੀ, ਉਵੇਂ ਇਹਨਾਂ ਦੇ ਫੋਨ ਵੀ ਗਾਇਬ ਹੋਣਗੇ। ਪੁਲਿਸ ਕਹਿ ਰਹੀ ਹੈ ਕਿ ਜਾਂਚ ਕਰ ਰਹੇ ਹਾਂ। ਕੱਲ ਪੁਲਿਸ ਕਮਿਸ਼ਨਰ ਦੀ ਮਹਾਰਾਜ ਪੁਲਿਸ ਨੂੰ ਪੁੱਛੋ ਅੱਜ ਤੱਕ ਕਿੰਨੇ ਰੇਪ ਕੇਸਾਂ 'ਚ ਜਾਂਚ ਕੀਤੀ ਹੈ। ਰਾਣਾ ਜੀ ਇੱਕ ਗੱਲ ਮੈਂ ਤੁਹਾਨੂੰ ਸਪਸ਼ਟ ਕਹਿ ਦੇਣੀ ਚਾਹੁੰਦਾ, ਯੂਪੀ ਦੇ ਕੇਸ ਵਿੱਚ ਸੁਪਰੀਮ ਕੋਰਟ ਨੇ 5 ਗਾਈਡਲਾਈਨਸ ਦਿੱਤੀਆਂ ਹੋਈਆਂ ਪੁਲਿਸ ਨੂੰ ਕਿ ਕਿਹੜੇ ਕੇਸ 'ਚ ਜਾਂਚ ਕਰ ਸਕਦੇ ਆ, ਕਿਹੜੇ 'ਚ ਉਹਨਾਂ ਨੂੰ FIR ਰਜਿਸਟਰ ਕਰਨਾ ਪਊ। ਐਨੀ ਕ੍ਰਾਈਮ ਅਗੇਂਸਟ ਵੂਮਨ ਐਂਡ ਪਾਰਟਿਕੂਲਰਲੀ ਮੋਲੈਸਟੇਸ਼ਨ ਐਂਡ ਰੇਪ देयर नीड टू बी नो इंक्वायरी। मर्डर, अटैम्प्ट टू मर्डर ਉਹਨਾਂ ਨੇ 5 ਦਿੱਤੀਆਂ। ਇਕਨੋਮਿਕ ਆਫੈਂਸਸ ਆ ਸਿਰਫ ਜਿੱਥੇ ਮੈਂ ਐਡ ਕਰਦਾ, ਇਨਕੁਆਇਰੀ ਸ਼ੁਰੂ ਹੁੰਦੀ ਹੈ FIR ਦੇ ਬਾਅਦ, ਉਦੋਂ ਪਹਿਲਾਂ ਕੋਈ ਇਨਕੁਆਇਰੀ ਨਹੀਂ। ਪਹਿਲਾਂ ਇੱਕ ਗੱਲ ਸੁਣ ਲਓ, ਜਿੱਥੇ ਪੁਲਿਸ ਨੂੰ ਸ਼ੱਕ ਹੋਵੇ ਕਿ ਸ਼ਿਕਾਇਤ ਦੇ ਵਿੱਚੋਂ ਆਫੈਂਸ ਕੀ ਬਣਦਾ ਹੈ, ਉਹਨੂੰ ਉਹ ਕੋਖ ਸਕਦੇ ਆ। ਹਾਂ, ਉਹ ਸਿਰਫ ਤੇ ਸਿਰਫ 420 ਤੇ 467 ਜਿੱਥੇ ਲੰਮੇ ਡਾਕੂਮੈਂਟਸ ਹੈ, ਉਹਨੂੰ ਕੋਖ ਕੇ ਦੇਖਦੇ ਆ ਕਿ ਇਹ ਆਫੈਂਸ ਬਣਦਾ ਕਿ ਨਹੀਂ ਬਣਦਾ। ਉਹ ਕੱਲਾ ਉਹੀ ਕੋਖਣ ਦੀ ਇਜਾਜ਼ਤ ਦਿੱਤੀ ਹੈ, ਹੋਰ ਕਿਸੇ ਅਫੈਂਸ ਨੂੰ ਕੋਖਣ ਦੀ ਇਜਾਜ਼ਤ ਨਹੀਂ ਦਿੱਤੀ। ਕਨਸਟੀਟਿਊਸ਼ਨ ਬੈਂਚ ਹੈ 6 ਜੱਜਾਂ ਦਾ, ਜਿਨ੍ਹਾਂ ਨੇ ਕਿਹਾ ਕਿ ਜੇ ਤੁਸੀਂ FIR ਨਹੀਂ ਕਰਦੇ ਤਾਂ ਇਟ ਇਜ਼ ਕੰਟੈਂਪਟ ਆਫ ਦੀ ਕੋਰਟ। ਅਸੀਂ ਤੁਹਾਡੇ ਰਾਹੀਂ ਕਮਿਸ਼ਨਰ ਪੁਲਿਸ ਨੂੰ ਤੇ ਚੀਫ ਮਿਨਿਸਟਰ ਨੂੰ ਨੋਟਿਸ ਦਿੰਨੇ ਆ ਕਿ ਕੰਟੈਂਪਟ ਕਰ ਰਹੇ ਹੋ, ਤੁਸੀਂ ਕੇਸ ਨਹੀਂ ਰਜਿਸਟਰ ਕਰ ਰਹੇ। ਵੀ ਵਿਲ ਰਿਸੋਰਟ ਟੂ ਦਿਸ ਪ੍ਰੋਵੀਜ਼ਨ। ਕੌਣ ਬਚਾ ਰਿਹਾ ਫਿਰ? ਦੇਖੋ ਇਹਦੇ 'ਚ ਸਰਕਾਰ ਬਚਾ ਰਹੀ ਹੈ। ਰਾਣਾ ਜੀ ਬਚਾਉਣ ਦਾ ਹਲੇ ਸ਼ੱਕ ਰਹਿ ਗਿਆ। ਰਾਣਾ ਜੀ ਬਚਾਉਣ ਦਾ ਸ਼ੱਕ ਰਹਿ ਗਿਆ। ਆਮ ਆਦਮੀ ਪਾਰਟੀ ਕਿਉਂ ਨਹੀਂ ਬੋਲੀ ਜੀ? ਮਿੰਟ 'ਚ ਅੱਡੀਆਂ ਚੱਕ ਲੈਂਦੀ ਹੈ।
ਟਟੀਰੀ ਵਾਂਗੂ ਕਿ ਸਮਾਨ ਸਾਡੇ ਸਰਾਣੇ ਕਿਹੜਾ ਕਿਉਂ ਸੁੱਤੇ ਪਏ ਨੇ, ਕਿਉਂਕਿ 2017 'ਚ ਆ ਤੇ ਫਿਰ 2022 ਦੀ ਵੀ ਝਾਕ ਆ ਸ਼ਾਇਦ ਸਾਡੇ ਬਣ ਨੇ। ਤੇ ਹੁਣ ਜਿਵੇਂ ਕਾਂਗਰਸ ਨਾਲ ਗਾਂਢ ਸਾਂਢ ਚੱਲ ਰਹੀ ਹੈ, ਕਾਂਗਰਸ ਵੀ ਸੁੱਤੀ ਪਈ ਹੈ। ਆਸ਼ੂ ਨਾਲ ਤਾਂ ਪਰਸਨਲ ਸਮਝੌਤਾ ਨਾ ਲੁਧਿਆਣੇ ਲੈਵਲ ਤੇ ਕਿ ਤੂੰ ਸਾਡਾ ਵਿਰੋਧ ਨਾ ਕਰ, ਅਸੀਂ ਤੇਰਾ ਵਿਰੋਧ ਨਹੀਂ ਕਰਦੇ। ਤੇਰੇ ਕੋਲ ਅੱਤਵਾਦੀ ਠਹਿਰੇ ਪੈਸੇ ਧਰ ਕੇ ਤੂੰ ਨਹੀਂ ਬੋਲਦਾ, ਸਾਡੇ ਕੋਲ ਠਹਿਰ ਗਏ ਅਸੀਂ ਗੁੜ ਮੰਡੀ 'ਚ ਵੰਡੇ ਮਰਵਾਤੇ, ਤੂੰ ਨਾ ਬੋਲਿਆ ਕੋਈ। ਮੈਨੂੰ ਇੱਕ ਗੱਲ ਦਾ ਜਵਾਬ ਦੇ ਦੇਵੇ, ਕਾਲੇ ਦੇ ਤੇ ਆਸ਼ੂ ਦੇ ਵਾਰਡ 'ਚ ਕਿਉਂ ਨਹੀਂ ਕੈਂਡੀਡੇਟ ਖੜਾ ਕੀਤਾ? ਕਿਉਂ ਨਹੀਂ ਕੀਤਾ? ਇੱਕ ਗੱਲ ਉਹ ਕਹ ਰਹੇ ਬਦਨਾਮ ਕਰ ਰਹੇ ਆ ਸਾਨੂੰ, ਹੋਰ ਕੋਈ ਗੱਲ ਮੇਰੀ ਗੱਲ ਸੁਣ, ਬਦਨਾਮ ਤਾਂ ਹੋਣਗੇ ਨਹੀਂ, ਕਰਤੂਤਾਂ ਮਾੜੀਆਂ ਨੇ। ਬੰਦੇ ਨੂੰ ਕੌਣ ਬੰਦਾ ਬਦਨਾਮ ਕਰ ਸਕਦਾ? ਮੇਰੀ ਗੱਲ ਸੁਣੋ, ਆ ਤੁਸੀਂ ਇੰਨਾ ਹੀ ਕਰ ਲਓ, ਇਹਨਾਂ ਨੂੰ ਕਹੋ ਕਿ ਆ 24 ਘੰਟਿਆਂ 'ਚ ਆ ਮੈਸੇਜ ਵੈਰੀਫਾਈ ਕਰ ਲੈਣ ਕਿ ਉਸ ਲੇਡੀ ਤੇ ਇਹਦੇ ਭਰਾ ਤੇ ਇਹਦੇ ਵਿੱਚ ਐਕਸਚੇਂਜ ਨਹੀਂ ਹੋਏ ਪਿਛਲੇ 6 ਮਹੀਨਿਆਂ 'ਚ। ਜੇ ਹੋਏ ਆ ਤਾਂ ਸਾਂਝ ਕੀ ਸੀ? ਗਰੇਵਾਲ ਸਾਹਿਬ, ਤੁਸੀਂ ਜ਼ਿਕਰ ਕੀਤਾ ਕਿ ਕਾਂਗਰਸ ਜਿਹੜਾ ਸ਼ਾਇਦ ਏਰੀਆ, ਲੇਕਿਨ ਸਿਮਰਜੀਤ ਸਿੰਘ ਵੈਸੇ ਲਾਈਵ ਹੋ ਕੇ ਕਿਹਾ ਸੀਗਾ ਕਿ ਸਾਰੀ ਜਿਹੜੀ ਸਾਜ਼ਿਸ਼ ਹੈ ਕਾਂਗਰਸ ਵੱਲੋਂ ਹੀ ਖੇਡੀ ਗਈ ਹੈ ਇਸ ਪੰਜਾਬ ਅਧਿਕਾਰ ਯਾਤਰਾ ਨੂੰ ਬਚਾਉਣ ਵਾਸਤੇ। ਇਹ ਸੁਣ ਲਓ ਮੇਰੀ ਗੱਲ, ਇਹ ਪਿੰਡੂ ਪੋਲਿਟਿਕਸ ਇਹ ਹੁੰਦਾ ਕਿ ਜਿਹੜੇ ਨਾਲ ਆਪਣੇ ਨਾਲ ਹੋਵੇ ਨਾ ਉਹਨੂੰ ਪਬਲਿਕ 'ਚ 2 ਗਾਲਾਂ ਕੱਢ ਦਿਓ। ਪਿੰਡਾਂ 'ਚ ਜਦ ਤੁਸੀਂ ਦੇਖੋ ਨਾ ਜ਼ਿਮੀਂਦਾਰ ਦੇ ਮੁੰਡੇ ਲੜੇ ਹੋਣ ਨਾ ਕਿਸੇ ਦੇ ਨਾਲ, ਤੇ ਵਿੱਚੋਂ ਦਾ ਬੁੜੇ ਨੇ ਭੇਜ ਕੇ ਲੜਾਈ ਹੁੰਦੇ ਆ ਤੇ ਗਾਲਾਂ ਕੱਢਦਾ ਮੁੰਡਿਆਂ ਨੂੰ, ਇਹ ਨਕੰਮੇ ਮੇਰੇ ਆਖੇ ਨਹੀਂ ਲੱਗਦੇ। ਬਾਹਰ ਇਹ ਦਿਖਾਉਣਾ ਚਾਹੁੰਦਾ ਕਿ ਮੇਰੀ ਲੜਾਈ ਆ, ਵਿੱਚੋਂ ਕਹਿੰਦਾ ਕਿ ਚੱਲੀ ਜਾਣ ਦਿਓ, ਤੁਸੀਂ ਹੁਣ ਮੇਹਰ ਦਾ ਹੱਥ ਰੱਖੋ। ਮੇਰੀ ਗੱਲ ਸੁਣੋ, ਜੇ ਕਾਂਗਰਸ ਨਹੀਂ, ਮੇਰੀ ਗੱਲ ਸੁਣੋ, ਜੇ ਕਾਂਗਰਸ ਨਹੀਂ ਬਚਾ ਰਹੀ, ਕਾਂਗਰਸ ਕੇਸ ਕਰੇ ਰਜਿਸਟਰ, ਕਾਂਗਰਸ ਕੇਸ ਰਜਿਸਟਰ ਕਰਕੇ ਅਰੈਸਟ ਕਰਕੇ ਤਫਤੀਸ਼ CBI ਨੂੰ ਦੇ ਦੇਵੇ। ਜਦ ਸੁਪਰੀਮ ਕੋਰਟ ਨੇ ਇੱਕ ਗੱਲ ਕਹੀ ਹੋਈ ਹੈ ਕਿ ਜਿਹੜੇ ਪੋਲੀਟੀਕਲ ਬੰਦੇ ਹੀਨੀਅਸ ਕ੍ਰਾਈਮ 'ਚ ਇਨਵੋਲਵਡ ਨੇ ਉਹਨਾਂ ਦੇ ਕੇਸ 3 ਮਹੀਨਿਆਂ ਵਿੱਚ ਡਿਸਾਈਡ ਹੋਣੇ ਚਾਹੀਦੇ ਆ। ਇੱਥੇ 3 ਦਿਨਾਂ 'ਚ ਇਹ ਫੈਸਲਾ ਨਹੀਂ ਹੋਇਆ ਕਿ ਕੇਸ ਰਜਿਸਟਰ ਕਰਨਾ ਕਿ ਨਹੀਂ ਕਰਨਾ। ਕੌਣ ਬਚਾ ਰਿਹਾ? ਇੱਕ ਗੱਲ ਨਿਕਲੀ ਕਿ 6 ਮਹੀਨੇ ਤੋਂ ਜਿਹੜਾ ਹੈਰੈਸਮੈਂਟ ਚੱਲ ਰਹੀ ਸੀਗੀ ਤੇ 16 ਨਵੰਬਰ ਨੂੰ ਹੀ ਕੰਪਲੇਂਟ ਕਿਉਂ ਕੀਤੀ ਗਈ? 6 ਮਹੀਨੇ ਜਦ ਫਾਈਨਲ ਸੱਟ ਵੱਜ ਗਈ। ਦੇਖੋ ਔਰਤ ਨੂੰ ਇੱਜ਼ਤ ਵੀ ਪਿਆਰੀ ਹੁੰਦੀ ਹੈ ਤੇ ਛੋਟੇ ਵੀਰ, ਜਦ ਸਿਰੋਂ ਪਾਣੀ ਲੰਘ ਜੇ ਨਾ, ਜਦ ਸਿਰੋਂ ਪਾਣੀ ਲੰਘ ਜੇ ਬੰਦਾ ਕਹਿੰਦਾ ਹੁਣ ਵੀ ਸਮਝੂ। ਇੱਕ ਇਹ ਨਹੀਂ ਗਾ ਕਿ ਉਹ ਵਕੀਲ ਕੋਲ ਆਈ ਤੇ ਵਕੀਲ ਨੂੰ ਉਹਨੇ ਆਪਣੇ ਫੈਕਟਸ ਨਰੇਟ ਕਰਤੇ ਤਾਂ ਵਕੀਲ ਨੇ ਦਰਖਾਸਤ ਲਿਖਤੀ, 2 ਗੱਲਾਂ ਕਾਨੂੰਨੀ ਦਾਇਰੇ 'ਚ ਲਿਆਉਣ ਲਈ ਕੋਲੋਂ ਐਡ ਕਰਤੀਆਂ। ਕਮਿਸ਼ਨਰ ਦੇ ਕੋਲ ਬਹਿ ਕੇ ਲਿਖੀ ਆ ਪਰਸਨਲ ਕੰਪਲੇਂਟ ਹੈ, ਹੱਥ 'ਚ ਲਿਖੀ ਹੋਈ ਹੈ, ਸਿੱਧੀ ਗੱਲ ਹੈ। ਪਰਚਾ ਰਜਿਸਟਰ ਕਰਨ, ਜੇ ਸਿਮਰਜੀਤ ਸਿੰਘ ਬੈਂਸ ਇਸ ਗੱਲ ਨੂੰ ਸਾਬਤ ਕਰ ਦੇ ਝੂਠੀ ਕੰਪਲੇਂਟ ਆ, ਉਹ ਪ੍ਰੋਸੀਕਿਊਟ ਹੋਊਗੀ ਫॉर ਫਾਈਲਿੰਗ ਏ ਫਾਲਸ ਕੰਪਲੇਂਟ। ਉਹਨਾਂ ਨੂੰ ਜਦੋਂ ਇੰਟਰਵਿਊ ਕੀਤਾ ਗਿਆ, ਮੈਂ ਉਹਨਾਂ ਨੂੰ ਇਹ ਚੀਜ਼ ਪੁੱਛੀ ਸੀਗੀ ਕਿ ਤੁਸੀਂ ਪਹਿਲਾਂ ਕਿਉਂ ਕੋਈ ਐਕਸ਼ਨ ਨਹੀਂ ਲਿਆ। ਉਹਨਾਂ ਨੇ ਇਹ ਚੀਜ਼ ਕਹੀ ਕਿ ਮੈਂ ਆਪਣੇ ਪੈਸੇ ਕਢਵਾਣੇ ਸੀਗੇ, ਇਸ ਕਰਕੇ ਮੈਂ ਸੈਲਰੀ। ਮੇਰੀ ਇੱਕ ਸੁਣੋ, ਮੈਂ ਤੁਹਾਡੀ ਗੱਲ ਦਾ ਜਵਾਬ, ਕਿੰਨੇ ਇੰਪੋਰਟੈਂਟ ਕੇਸ ਹੋਏ ਨੇ ਰੇਪ ਦੇ, ਕਿੰਨੇ ਇੰਪੋਰਟੈਂਟ ਬੰਦਿਆਂ ਦੇ ਖਿਲਾਫ ਹੋਏ ਨੇ, ਕਿੰਨੇ ਰਿਲੀਜੀਅਸ ਲੀਡਰਾਂ ਦੇ ਖਿਲਾਫ ਹੋਏ ਨੇ, ਕਿੰਨੀ ਦੇਰ ਬਾਅਦ ਰਜਿਸਟਰ ਹੋਏ, ਟ੍ਰਾਇਲ ਹੋਈ। ਉਹ ਝੂਠੇ ਨਿਕਲੇ ਕਿ ਸੱਚੇ ਨਿਕਲੇ? ਕਨਵਿਕਸ਼ਨਾਂ ਹੋਈਆਂ, ਕਨਵਿਕਸ਼ਨ। ਦੇਖੋ ਪ੍ਰੈਸ਼ਰ ਉਹ ਦੱਸਿਆ ਨਾ ਰਾਮ ਰਹੀਮ ਵਾਲੇ 'ਚ ਬੱਚੀਆਂ ਨੇ ਕਿ ਸਾਡੇ ਦੇ ਪ੍ਰੈਸ਼ਰ ਸੀ ਕਿ ਜੇ ਪਰਚਾ ਕਰਾਉਂਗੇ ਮਾਰ ਦਿਆਂਗੇ, ਪ੍ਰੈਸ਼ਰ ਸੀ ਇਹਨਾਂ ਦਾ। ਉਹ ਤਾਂ ਜਦ ਬੰਦੇ ਦੇ ਸਿਰੋਂ ਪਾਣੀ ਲੰਘਦਾ ਕਿ ਇਹਦੇ ਨਾਲੋਂ ਮਰਨਾ ਪਸੰਦ ਐਕਸੈਪਟ ਕਰ ਲੈਂਦਾ ਬੰਦਾ, ਉਦੋਂ ਕਰ ਦਿੰਦਾ। ਇੱਥੇ ਤੁਸੀਂ ਕਿਤੇ ਲੱਗਦਾ ਤੁਹਾਨੂੰ ਕਿ ਕਾਂਗਰਸ ਦੇ ਡਬਲ ਸਟੈਂਡਰਡ ਨੇ, ਕਿਤੇ ਜਦੋਂ ਹਾਥਰਸ ਦੇ ਵਿੱਚ ਇਨਸੀਡੈਂਟ ਹੁੰਦਾ ਹੈਗਾ ਡਬਲ ਸਟੈਂਡਰਡ ਤਾਂ ਮੋਹ ਜੀ ਥੋੜੀ ਬਹੁਤ ਛੋਟੀ ਚੀਜ਼ ਆ, ਇਹਨਾਂ ਦਾ ਸਟੈਂਡਰਡ ਹੀ ਕੋਈ ਨਹੀਂ, ਕੋਈ ਪਤਾ ਨਹੀਂ ਕਦੋਂ ਕੀ ਵਾਰ ਕਰ ਦਿੰਦੇ। ਇਹ ਵੀ ਹੋ ਸਕਦਾ ਕਿ ਨਹੀਂ ਇਹ ਉਹ ਕਈ ਦਿਨ ਤੋਂ ਰੌਲਾ ਪਾਉਂਦੀ ਸੀ, ਇਹ ਵੀ ਹੋ ਸਕਦਾ ਇਹਨਾਂ ਨੂੰ ਵੀ ਹੁਣ ਸਾਡੇ ਮੰਡੀ ਇਸ ਕਰਕੇ ਯਾਤਰਾ ਸ਼ੁਰੂ ਕਰ ਲਈ ਹੋਵੇ ਇਹਨਾਂ ਨੇ। ਗਾਵੜੀਆ ਸਾਹਿਬ ਸਰਕਾਰ ਹੈ, ਦੱਸਿਆ ਕਿ ਇਹਨਾਂ ਦੀ ਕਾਰ ਦਾ ਐਕਸੀਡੈਂਟ ਹੈ, ਤੁਸੀਂ ਛੁਡਾ ਕੇ ਗਏ। ਆਹੋ, ਉਹ ਤੁਹਾਡੀ ਪਾਰਟੀ ਜਿਸ ਤੋਂ ਬਾਅਦ ਆਏ, ਤੁਸੀਂ ਉਸ ਟਾਈਮ ਕੁਝ ਨਹੀਂ ਸੋਚਿਆ ਕਿ ਇਹਨਾਂ ਦਾ ਕੀ ਕਰੈਕਟਰ ਹੈ? ਤੁਹਾਡੀ ਪਾਰਟੀ 'ਚ ਰਹੇ ਫਿਰ ਮੈਂ ਤੁਹਾਨੂੰ ਇਹਦਾ ਗਵਾਹ ਗਾਬੜੀਆ ਸਾਹਿਬ ਨਹੀਂ, ਮੈਂ ਜਵਾਬ ਦਿੰਦਾ। ਇਹ ਗਾਬੜੀਆ ਸਾਹਿਬ ਦੀ ਫਰਾਖ ਦਿਲੀ ਸੀ ਕਿ ਪਾਰਟੀ ਦੇ ਫੈਸਲੇ ਦੀ। ਅਸੀਂ ਤਾਂ 30 ਸਾਲ ਦੇ ਇਕੱਠੇ ਆ ਨਾ। ਆਹ ਗੱਲ ਅੱਜ ਮੈਨੂੰ ਪਤਾ ਲੱਗੀ, ਇਹਨਾਂ ਦੀ ਚੋਰੀ ਬਿਜਲੀ ਬੁਜੀ ਉਹ ਤਾਂ ਦੱਸੀ ਹੋਈ ਹੈ ਪਹਿਲਾਂ। ਆਹ ਗੱਲ ਕਾਰ ਵਾਲੀ ਅੱਜ ਦੱਸੀ ਹੈ। ਬੰਦਾ ਕਹਿੰਦਾ ਕਿ ਚਲੋ ਘਟੀਆ ਗੱਲ, ਅਸੀਂ ਕਿਉਂ ਕਰੀਏ? ਮੈਂ ਜਾਤੀ ਕਦੇ ਨਹੀਂ ਅਟੈਕ ਕੀਤਾ, ਜਮਾਤੀ ਕਰਦੇ ਰਹੇ ਆ। ਜਾਤੀ ਤਾਂ ਬਹੁਤ ਕੁਝ ਨਿਕਲੂਗਾ, ਮੈਂ ਹੀ ਦੱਸੂਗਾ ਕੀ ਕੁਝ ਹੁੰਦਾ ਰਿਹਾ ਇੱਥੇ, ਮੈਂ ਦੱਸੂਗਾ ਕਿਤੇ ਨਾ ਕਿਤੇ। ਪਰ ਜਮਾਤੀ ਤੌਰ ਤੇ ਲੜਾਈ ਲੜਦੇ ਅਸੀਂ ਰਾਜਨੀਤਿਕ ਲੋਕ ਆ, ਅਸੀਂ ਜਾਤੀ ਨਹੀਂ ਕਿਸੇ ਤੇ ਅਟੈਕ ਕਰਦੇ। ਜਾਤੀ ਦਾ ਬਹੁਤ ਕੁਝ ਇਹਨਾਂ ਦਾ ਬਣਦੀਆਂ ਨੇ ਧਾਰਾਵਾਂ। ਦੇਖੋ ਤੁਸੀਂ ਜਿੰਨੇ ਸਵਾਲ ਪੁੱਛੇ ਆ ਨਾ, ਇਹ ਜਿਹੜੇ ਸਮਾਰਟ ਬੰਦੇ ਐਕਸਪਲੋਇਟੇਸ਼ਨ ਕਰਦੇ ਆ ਨਾ ਲੇਡੀਜ਼ ਦੀ। ਪਹਿਲਾਂ ਇਹਦੀ ਪ੍ਰਾਪਰਟੀ ਖਾਲੀ ਕਰਵਾਈ ਬੈਂਸ ਸਾਹਿਬ ਨੇ, ਕਬਜ਼ਾ ਦਵਾਇਆ ਬੈਂਸ ਸਾਹਿਬ ਨੇ, ਬਿਕਵਾਈ ਬੈਂਸ ਸਾਹਿਬ ਨੇ। ਜਦ ਪੈਸੇ ਨਹੀਂ ਮਿਲੇ ਫਿਰ ਉਹਨੂੰ ਪੈਸੇ ਦਵਾਣੇ ਕਿਸ਼ਤਾਂ 'ਚ ਸ਼ੁਰੂ ਕੀਤੇ। ਕਬਰਾਂ ਤੇ ਹਰ ਕਿਸ਼ਤ ਤੋਂ ਪਹਿਲਾਂ ਉਹਨੂੰ ਐਕਸਪਲੋਇਟ ਕਰਦਾ ਸੀ। ਕਬਰਾਂ ਤੇ ਕਬਜ਼ੇ ਉਹ ਰੱਬ ਜਾਣੇ ਉਸ ਦੀ ਕੀ ਮਜਬੂਰੀ ਸੀ। ਉਹਦਾ ਘਰ ਵਾਲਾ ਮਰ ਚੁੱਕਾ ਸੀ, 2 ਨਾਬਾਲਗ ਬੱਚੇ ਸੀ, ਉਹ ਕੀ ਸਹਿੰਦੀ ਰਹੀ। ਉਹਨੇ ਅਲਟੀਮੇਟਲੀ ਦੇਖਿਆ ਕਿ ਮੇਰੀ ਐਕਸਪਲੋਇਟੇਸ਼ਨ ਹੋ ਰਹੀ ਹੈ,
ਉਹਨੇ ਪੁਲਿਸ ਨੂੰ ਕੰਪਲੇਂਟ ਕੀਤੀ। ਪੁਲਿਸ ਨੇ ਉਹਦੀ 60,000 ਰੁਪਏ ਜਿਹੜੇ ਰਹਿੰਦੇ ਸੀ ਯਕ ਲਖਤ ਦਵਾਏ। ਉਹ ਬੈਂਸ ਕਿਉਂ ਨਹੀਂ ਸੀ ਦਵਾ ਸਕਦਾ? ਜਦ ਯਕ ਲਖਤ ਦਵਾਏ ਉਹਨੇ ਆਪਣੀ ਕੰਪਲੇਂਟ ਵਾਪਸ ਲਈ, ਜਿਹਨੂੰ ਹੁਣ ਬੈਂਸ ਸਾਹਿਬ ਸੋਸ਼ਲ ਮੀਡੀਆ 'ਚ ਪਾ ਰਹੇ ਇਹਨਾਂ ਦੇ ਬੰਦੇ ਕਿ ਇਹ ਤਾਂ ਆਪਣੀ ਮਾਫੀ ਮੰਗ ਚੁੱਕੀ ਹੈ। ਨੋ, ਉਹਨੇ ਉਸ ਬੰਦੇ ਦੇ ਖਿਲਾਫ ਕੰਪਲੇਂਟ ਵਾਪਸ ਲਈ। ਫਿਰ ਉਹਨੇ ਇਮੀਡੀਏਟਲੀ ਰਿਅਲਾਈਜ਼ ਕੀਤਾ ਕਿ ਮੈਨੂੰ ਕਿੰਨਾ ਲੰਬਾ ਅਰਸਾ ਮੇਰੀ ਸੈਕਸ਼ੂਅਲ ਐਕਸਪਲੋਇਟੇਸ਼ਨ, ਜ਼ਲਾਲਤ, ਭਾਬੀ ਦੇ ਘਰ ਭਾਬੀ ਦੇ ਜਵਾਨ ਮੁੰਡੇ ਦੀ ਹਾਜ਼ਰੀ ਦੇ ਵਿੱਚ ਕੁਕਰਮ ਕਰਨਾ, ਫਿਰ ਉਸ ਮੁੰਡੇ ਨਾਲ ਕੁਕਰਮ ਇਹਦੀ ਹਾਜ਼ਰੀ 'ਚ ਕਰਨਾ। ਇਮੇਜਿਨ ਕਰੋ ਕਿਸ ਹੱਦ ਤੱਕ ਦਰਿੰਦਾ ਹੈ ਇਹ। ਇਨਸਾਨ ਤਾਂ ਛੱਡੋ, ਇਹ ਸਿੱਖ ਮੈਂਟੈਲਿਟੀ ਹੈ। ਇਹ ਉਹ ਹੈ ਜਿਹੜੇ ਸੀਰੀਅਲ ਬੱਚਿਆਂ ਨੂੰ ਫੜ ਕੇ ਕਰਦੇ ਆ, ਉਹ ਮੈਂਟੈਲਿਟੀ ਦਾ ਮਾਲਕ ਸਿੱਧ ਹੋ ਰਿਹਾ ਇਹਦੇ ਵਿੱਚ। ਇਹ ਰੀਜ਼ਨ ਹੈ ਕਿ ਉਹ ਲੇਡੀ ਨੇ ਕਿਉਂ ਡਿਲੇ ਕੀਤਾ। ਇਹਨੂੰ ਫਿਰ ਡਰਾਇਆ ਗਿਆ, ਤੇਰੇ ਤੇ ਤੇਰੇ ਬੱਚੇ, ਉਹ ਬਲਜਿੰਦਰ ਕੌਰ ਇਹਨਾਂ ਦੀ ਇੱਕ ਪ੍ਰਧਾਨ ਹੈ, ਕਿ ਤੇਰੇ ਤੇ ਤੇਰੇ ਬੱਚੇ ਸੇਫ ਨਹੀਂ ਰਹਿਣਗੇ ਜੇ ਤੂੰ ਬੈਂਸ ਦੇ ਨਾਲ ਪੰਗਾ ਲਏਂਗੀ। ਕਿੱਡਾ ਬੜਾ ਇਨਸਾਨ ਹੈ, ਰਿਅਲਾਈਜ਼ ਕਰੋ, ਜਿਹੜਾ ਵੰਗਾਰ ਦਾ ਰੋਜ਼ ਹਰ ਪੋਲੀਟੀਕਲ ਪਾਰਟੀ ਦੇ ਲੀਡਰ ਨੂੰ ਜਿਹੜਾ ਵੰਗਾਰ ਬੋਲਦਾ ਹੈ। ਕਦੇ ਇਸ ਬੰਦੇ ਨੇ ਅੱਜ ਤੱਕ ਮੈਨੂੰ ਦੱਸੋ ਕੋਈ ਲੜਾਈ ਲੌਜੀਕਲ ਐਂਡ ਤੇ ਲੈ ਕੇ ਗਿਆ? ਇੱਕ ਬੰਬ ਚਲਾਉਣ ਵਾਲੇ ਦੇ ਅਗੇਂਸਟ ਬੋਲਿਆ, ਜਿਹਨੇ ਗੁੜ ਮੰਡੀ 'ਚ ਬੰਬ ਚਲਾਏ ਆਸ਼ੂ ਨੇ, ਜਿਹਨੇ ਮਰਡਰ ਕਰਵਾਏ, ਔਰਤਾਂ ਦੇ ਮਰਡਰ ਕਰਵਾਏ, ਜਿਹਨੇ ਆਪਣੇ ਘਰ ਪਨਾਹ ਦਿੱਤੀ, ਕਿਆ ਇਸ਼ੂ ਨਹੀਂ ਸੀ ਇਹਦੇ ਬੋਲਣ ਲਈ? ਕਿਆ ਪੂਰਾ ਰਾਸ਼ਨ ਖਾਧਾ ਗਿਆ ਇਸ ਲਈ ਨਹੀਂ ਬੋਲਿਆ? ਇਹਨੂੰ 4 ਟਰੱਕ ਰਾਸ਼ਨ ਭੇਜਤੇ, SDM ਈਸਟ ਤੋਂ ਇਹਨੂੰ ਪਹੁੰਚਾਏ ਗਏ ਰਾਸ਼ਨ, ਕਿਸੇ ਹੋਰ ਨੂੰ ਪਹੁੰਚਾਇਆ ਆਸ਼ੂ ਨੇ ਰਾਸ਼ਨ, ਟਰੱਕਾਂ ਦੇ ਟਰੱਕ। ਤੁਸੀਂ ਰਿਅਲਾਈਜ਼ ਕਰੋ ਕਿ ਕਿਸਦਾ ਮਾਫੀਆ ਸਟਰੋਂਗ ਹੈ, ਕ੍ਰਾਸ ਪਾਰਟੀ 'ਚ ਇਹਦੀਆਂ ਲਿੰਕਸ ਹੈ, ਐਂਡ ਹਰੇਕ ਨੂੰ ਐਕਸਪਲੋਇਟ ਕਰਦਾ ਹੈ ਬੰਦਾ। ਇਹਦੇ ਦਿਨ ਹੁਣ ਖਤਮ ਹੋ ਗਏ ਹੈ। ਮੈਂ ਫੀਲ ਕਰਦਾ ਇਹਦੇ ਬਾਅਦ ਨਿਊਮਰੀਅਸ ਹੋਰ ਕੰਪਲੇਂਟਸ ਆਉਣਗੀਆਂ, ਮੀਨ ਟੂ ਆਉਣਗੀਆਂ। ਤੁਹਾਡਾ ਸਾਹਿਬ ਇੱਕ ਕੁਐਸਚਨ ਮੇਰਾ ਹੈ, ਜਿਹੜੀ ਤੁਸੀਂ ਜ਼ਿਕਰ ਕੀਤਾ ਉਹ ਸੁਖਚੈਨ ਸਿੰਘ ਦੇ ਖਿਲਾਫ ਕੰਪਲੇਂਟ ਦਰਜ ਕੀਤੀ ਗਈ ਸੀਗੀ ਸੈਕਸ਼ੂਅਲ ਐਕਸਪਲੋਇਟੇਸ਼ਨ ਦੀ, ਉਸੇ ਦੀ ਜਦੋਂ ਸਟੇਟਮੈਂਟ ਦਿੱਤੀ ਗਈ ਹੈ, ਲੈਟ ਮੀ ਫਿਨਿਸ਼ ਫਸਟ ਸਰ, ਗੁਰਦੀਪ ਕੌਰ ਵੱਲੋਂ ਸਟੇਟਮੈਂਟ ਦਿੱਤੀ ਗਈ ਕਿ ਜਿਹੜਾ ਮੈਂ ਰੇਪ ਕਲੇਮ ਕੀਤਾ ਉਹ ਮੇਰੇ ਵੱਲੋਂ ਗਲਤਫਹਿਮੀ 'ਚ ਕੀਤਾ ਗਿਆ। ਉਹਨੇ ਕਿਹਾ ਕਿ ਇਸ ਬੰਦੇ ਦੇ ਥਰੂ ਮੈਂ ਸੈਕਸ਼ੂਅਲੀ ਐਕਸਪਲੋਇਟ ਹੁੰਦੀ ਰਹੀ ਹਾਂ। ਉਹਨੇ ਕੰਪਲੇਂਟ ਵਾਪਸ ਲਈ ਇਸ ਬੰਦੇ ਕਰਕੇ। ਕਿਹਦੇ ਖਿਲਾਫ ਵਾਪਸ ਲਿਆ? ਅਗੇਂਸਟ ਹਿਮ, not against others. It was not complaint against others. Try to realize the pressure of a lady. ਉਹ ਪੁਲਿਸ ਨੂੰ ਕੰਪਲੇਂਟ ਦਿੰਦੀ ਹੈ, ਬੈਂਸ ਦਾ ਨਾਮ ਨਹੀਂ ਲਿਖਦੀ। ਤੁਸੀਂ ਡਰ ਤਾਂ ਖੌਫ ਤਾਂ ਦੇਖੋ, ਕਿੰਨਾ ਖੌਫ ਹੈ ਇਹਨਾਂ ਦਾ। ਕਿਰਪਾਨਾਂ ਦੇ ਨਾਲ ਇਹ ਬੈਨਰਸ ਪਾੜ ਦਿੰਦੇ ਆ ਦੂਜਿਆਂ ਦੇ, ਡਾਂਗਾ ਫੇਰ ਕੇ ਲੋਕਾਂ ਨੂੰ ਕੁੱਟਦੇ ਆ। ਇਹਨਾਂ ਦੇ ਮਹੱਲੇ ਦੇ ਵਿੱਚ ਕੋਈ ਪਲਾਟ ਨਹੀਂ ਖਰੀਦ ਸਕਦਾ, ਹਰੇਕ ਦਾ ਗੁਰਜ ਚਲਾਉਂਦੇ ਆ। ਕਿਆ ਇੱਕ ਔਰਤ ਇਹਨਾਂ ਦੇ ਮਾਈਟ ਨੂੰ ਫਾਈਟ ਕਰ ਸਕਦੀ ਸੀ? ਯੂ ਡੋਂਟ ਰਿਅਲਾਈਜ਼। ਸਿਚੁਏਸ਼ਨ ਕਰੋ ਉਹਦੀ ਪਲਾਈਟ, ਕਿ ਕਿਸ ਪਲਾਈਟ ਦੇ ਵਿੱਚ ਉਹਦਾ ਸੈਕਸ਼ੂਅਲ ਐਕਸਪਲੋਇਟੇਸ਼ਨ ਹੋਇਆ। Obviously system has collapsed. He has been surviving with this illegal activity in all political parties. नहीं सर, जिस तरह उन्होंने किया कि ब्लैकमेलिंग ਦੇ ਵਿੱਚ ਐਕਸਪਰਟ ਸੀਗੇ, ਕਿਆ ਬਲੈਕਮੇਲਿੰਗ ਦੇ ਵਿੱਚ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਸ ਕੰਮ ਕਰ ਗਈ? ਤੁਸੀਂ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੂੰ ਜਾ ਕੇ ਪੁੱਛੋ, ਮੈਂ ਤਾਂ ਜਵਾਬ ਦੇ ਰਿਹਾ ਕਿੱਦਾਂ ਐਕਸਪਲੋਇਟ ਕਰਦੇ ਆ ਇਹ। ਹਰੇਕ ਦੇ ਗਲਤ ਕੰਮ ਕੀਤੇ ਦੇ ਕਾਗਜ਼ ਕੋਲ ਰੱਖਦੇ ਆ, ਫਿਰ ਉਹਨੂੰ ਐਕਸਪਲੋਇਟ ਕਰਦੇ ਆ। ਕਿੱਦਾਂ ਇਹਨਾਂ ਨੇ ਸੇਖੋਂ ਦੇ ਖਿਲਾਫ ਝੂਠਾ ਟ੍ਰੈਪ ਕੇਸ ਬਣਾਇਆ ਸੀ, ਤੁਹਾਡੇ ਸਾਹਮਣੇ ਨਹੀਂ ਹੈ? ਕੀ ਨਹੀਂ ਇਹ ਕਰਦੇ? ਤਹਿਸੀਲਦਾਰ ਦੇ ਖਿਲਾਫ ਕਿਹਦੀ ਇਹਨਾਂ ਨੇ ਪੱਗ ਆਪਣੇ ਘਰ ਲਾ ਕੇ ਨਹੀਂ ਰੱਖੀ ਹੋਈ? ਕਿਸੇ ਦੇ ਸਕੇ ਹੈ? ਜਾਲੀ ਸਟਾਮ ਵੇਚਦੇ ਹੁੰਦੇ ਸੀਗੇ, ਜਾਲੀ ਸਟਾਮ ਲਿਆ ਕੇ ਰਜਿਸਟਰੀਆਂ ਕਰਾਉਂਦੇ ਹੁੰਦੇ ਸੀ। ਜਦੋਂ ਮੈਂ ਕਿਹਾ ਮੈਂ ਕਿਹਾ ਜੀ ਇੱਕ ਪ੍ਰੈਸ ਕਾਨਫਰੰਸ ਨਹੀਂ, ਕਈ ਹੋਣਗੇ, ਮੈਂ ਦੱਸੂ, ਮੈਂ ਸਾਰਾ ਪਿਛੋਕੜ ਦੱਸੂਗਾ। ਮੈਂ ਕਿਹਾ ਮੈਂ ਦੱਸੂ ਸਾਰਾ ਪਿਛੋਕੜ, ਮੈਂ ਦੱਸੂਗਾ। ਜਾਲੀ ਸਟਾਮ ਵੇਚਦੇ ਹੁੰਦੇ ਸੀ, ਉਹ ਤਹਿਸੀਲਦਾਰ ਨੇ ਉਹ ਰਜਿਸਟਰੀਆਂ ਰੋਕਤੀਆਂ ਵੀ ਇਹ ਜਾਲੀ ਸਟਾਮ ਮੈਂ ਨਹੀਂ ਰਜਿਸਟਰੀਆਂ ਕਰਨੀਆਂ। ਉਹਨੂੰ ਮੈਂ ਤੁਹਾਨੂੰ ਦੱਸਦਾ, ਪੜਦੇ ਫੋਟੋ ਉਹਨਾਂ ਦੇ ਕਿਹੜੇ ਪੜਦੇ ਇਹਨਾਂ ਦੇ। ਇੱਕ ਸੈਕਿੰਡ ਬਿਲਕੁਲ ਦੇਖੋ, ਮੈਂ ਤੁਹਾਡੀ ਮੋਹਿਤ ਮੈਂ ਇੱਕ ਸੈਕਿੰਡ ਮੋਹਿਤ ਇੱਕ ਮਿੰਟ ਇੱਕ ਸੈਕਿੰਡ, ਇਹ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ। ਇੱਕ ਸੈਕਿੰਡ ਦੇਖੋ, ਗਾਬੜੀਆ ਸਾਹਿਬ ਨੇ ਬਿਲਕੁਲ ਉਹ ਹਾਜ਼ਮੇ ਚ ਰੱਖੀਆਂ ਗੱਲਾਂ ਕਿਉਂ ਨਹੀਂ ਕੀਤੀਆਂ? ਇਹ ਇੱਕ ਚੰਗੇ ਸਿਟੀਜ਼ਨ ਦਾ ਕੰਮ ਹੈ, ਕਿਉਂਕਿ ਜਦ ਇਹ ਸਭ ਕੁਝ ਹੈ ਨਹੀਂ ਸੀ, ਕੁਝ ਵੀ ਜਦ ਕੁਝ ਵੀ ਨਹੀਂ ਸੀ, ਉਦੋਂ ਇਹਨਾਂ ਨੇ ਹਿਊਮੈਨਿਟੇਰੀਅਨ ਗਰਾਊਂਡਸ ਤੇ ਉਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ। ਇਹ ਨਹੀਂ ਸੀ ਚਾਹੁੰਦੇ ਕਿ ਮੇਰੇ ਮੂੰਹੋਂ ਉਹਨਾਂ ਬਾਰੇ ਕੋਈ ਗੱਲ ਨਿਕਲੇ। ਦੇਖੋ ਤੁਸੀਂ ਇੱਕ ਬੰਦੇ ਦੀ ਜਿਹੜੀ ਸ਼ਰਾਫਤ ਹੈ, ਇੱਕ ਫਰਾਖ ਦੀ ਲਈ ਹੈ ਕਿ ਉਹਨਾਂ ਦੀ ਔਗਣ ਢਕੀ ਰਹੇ। ਅੱਜ ਇਹਨਾਂ ਇਲੈਕਸ਼ਨ 'ਚ ਵੀ ਬੋਲ ਸਕਦੇ, ਨਹੀਂ ਬੋਲੇ ਨਾ। ਅੱਜ ਕਿਉਂ ਬੋਲਣਾ ਪਿਆ? ਜਦ ਇਹ ਜ਼ੁਲਮ ਦਾ ਲਿਮਿਟਸ ਕ੍ਰਾਸ ਕਰ ਗਏ ਤਾਂ ਬੋਲੇ ਨੇ। ਜੇ ਤੁਸੀਂ ਅੱਜ ਇਹ ਔਰਤ ਦਾ ਕੇਸ ਨਾ ਹੁੰਦਾ, ਸ਼ਾਇਦ ਇਹ ਫੀਏਟ ਕਾਰ ਵਾਲਾ ਵੀ ਨਾ ਦੱਸਦੇ ਕਿ ਚਲੋ ਛੱਡੋ,
ਜਿਹੜਾ ਕੋਈ ਕਰੂਗਾ ਭਰੂਗਾ। ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹਿ ਦੇਣੀ ਚਾਹੁੰਦਾ ਕਿ ਆ ਜੋ ਗਾਬੜੀਆ ਸਾਹਿਬ ਨੇ ਕਿਹਾ ਚੋਰੀ ਤਾਂ ਨਹੀਂ ਕਿਹਾ, ਔਨ ਪਬਲਿਕ ਰਿਕਾਰਡ ਕਿਹਾ ਨਾ, ਔਨ ਇਲੈਕਟ੍ਰੋਨਿਕ ਮੀਡੀਆ ਕਿਹਾ। ਜੇ ਉਹਨਾਂ 'ਚ ਦਾਮਾ ਕਿ ਗਾਬੜੀਆ ਸਾਹਿਬ ਦੀ ਗੱਲ ਸੱਚਾਈ ਨੇ, ਇਹਨਾਂ ਨੂੰ ਜਿੱਥੇ ਮਰਜ਼ੀ ਚੈਲੰਜ ਕਰਕੇ ਕਾਊਂਟਰ ਪ੍ਰੂਫ ਦੇ ਦੇਣ। ਨਹੀਂ, ਗਾਬੜੀਆ ਸਾਹਿਬ ਸਬੂਤ ਦੇ ਕੇ ਤੁਹਾਡੇ ਸਾਹਮਣੇ ਕਿੰਨਾ ਗੱਲ। ਮੇਰਾ ਮਤਲਬ ਇੱਕ ਗੱਲ ਨਹੀਂ, ਜੇ ਕੋਈ ਗੱਲਾਂ ਹੁਣ ਮੈਂ ਆ, ਕਈ ਪੋਲੀਟੀਕਲ ਗੱਲਾਂ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ ਕਈ ਦਫਾ ਆਪਣੇ ਛਾਤੀ ਨਾਲ ਲਾ ਕੇ ਰੱਖਣੀਆਂ ਪੈਂਦੀਆਂ ਕਿ ਚੱਲ ਅਗਲਾ ਕਹੂ ਯਾਰ ਤੁਸੀਂ ਕਿਉਂ ਗੱਲ ਕਰੇ ਰਹੇ। ਜੇ ਤੁਸੀਂ ਕਹੋਗੇ ਉਹਨਾਂ ਨੂੰ ਨਾ ਦੱਸਣ ਕਰਕੇ ਉਹ ਸਾਧ ਬਣ ਗਏ, ਉਹ ਗੱਲ ਨਹੀਂ ਹੋਈ ਬਿਲਕੁਲ। ਕੋਈ ਅਲਟੀਮੇਟਮ ਦਿੰਦੇ ਹੋ ਕਿੰਨੇ ਦਿਨ ਦਾ? ਅਲਟੀਮੇਟਮ ਇਹ ਆ ਰਾਣਾ ਜੀ, ਸਰਕਾਰਾਂ ਨੂੰ ਅਲਟੀਮੇਟਮ ਨਹੀਂ, ਪਰ ਅਸੀਂ ਇੱਕ ਗੱਲ ਗਰੰਟੀ ਕਰ ਦਾਂਗੇ, ਗਰੰਟੀ ਸਰਕਾਰ ਨੂੰ ਮਜਬੂਰ ਕਰ ਦਾਂਗੇ। ਸਾਨੂੰ ਦਰਵਾਜ਼ਾ ਜਿੱਥੇ ਵੀ ਖੜਕਾਉਣਾ ਪਿਆ, ਅਸੀਂ ਕਿਉਂ ਨਹੀਂ ਬੋਲੇ ਅੱਜ ਤੱਕ, ਅਸੀਂ ਕਿਉਂ ਨਹੀਂ ਬੋਲੇ ਅੱਜ ਤੱਕ ਕਿ ਇਹ ਨਾ ਕਿਸੇ ਨੂੰ ਗੱਲ ਸ਼ੱਕ ਪਵੇ ਕਿ ਅਕਾਲੀ ਦਲ ਇਹਨੂੰ ਪੋਲੀਟੀਕਲਾਈਜ਼ ਕਰ ਰਿਹਾ। ਅੱਜ ਅਸੀਂ ਫੈਸਲਾ, ਜਦੋਂ ਬੱਚੀ ਨੇ ਪ੍ਰੈਸ ਕਾਨਫਰੰਸ ਕਰ ਲਈ ਤੇ ਉਹਨੇ ਆਪਣੀ ਹੈਲਪਲੈਸਨੈਸ ਦਿਖਾਈ, ਮਜਬੂਰੀ ਜ਼ਾਹਰ ਕੀਤੀ ਤੇ ਇੱਥੇ ਜਾ ਕਿਹਾ ਕਿ ਮੈਂ ਸੁਸਾਈਡ ਕਮਿਟ ਕਰ ਲੂੰ, ਉਦੋਂ ਬਾਅਦ ਅਸੀਂ ਸਾਰਿਆਂ ਨਾਲ ਇੱਕ ਦੂਜੇ ਨਾਲ ਰਾਬਤਾ ਕਰਕੇ ਫੈਸਲਾ ਕੀਤਾ ਕਿ ਹੁਣ ਜੇ ਅਸੀਂ ਚੁੱਪ ਰਹਾਂਗੇ ਇਸ ਗੱਲ ਤੋਂ ਡਰਦੇ ਹੋਏ ਕਿ ਇਹ ਪੋਲੀਟੀਕਲ ਨਾ ਬਣ ਜੇ, ਤਾਂ ਫਿਰ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਾਂ। ਪਰ ਬੈਂਸ ਸਾਹਿਬ ਤਾਂ ਬਹੁਤ ਪ੍ਰੈਸ ਕਾਨਫਰੰਸਾਂ ਕਰ ਚੁੱਕੇ ਨੇ, ਨਾਲ ਪੀੜਤਾ ਬੈਠੀ ਹੁੰਦੀ ਆ, ਨਾਲ ਉਹ ਪ੍ਰੈਸ ਦੇ ਸਾਹਮਣੇ ਲਿਆਉਂਦੇ ਨੇ। ਬਹੁਤ ਵਾਰ ਤੁਸੀਂ ਦੇਖਿਆ ਹੋਣਾ, ਜਲੰਧਰ ਤੋਂ ਲੈ ਕੇ ਚੰਡੀਗੜ੍ਹ ਤੋਂ ਲੈ ਕੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਪੀਸੀਆਂ ਪੰਜਾਂ ਨੇ ਉਹਨਾਂ ਦੀਆਂ ਜਿਹੜੀਆਂ ਇਨਸਾਫ ਦਿਵਾਉਣ ਦੇ ਲਈ ਉਹਨਾਂ ਵੱਲੋਂ ਇਹ ਕੰਮ ਕੀਤਾ ਜਾਂਦਾ। ਇਹ ਦੁੱਲਾ ਭੱਟੀ ਬਣਨ ਦੀ ਕੋਸ਼ਿਸ਼ ਕਰਦਾ ਹੈ, ਸਾਰੀ ਦੁਨੀਆ ਨੂੰ ਲੁੱਟਦਾ ਤੇ ਦੋਵਾਂ ਨੂੰ ਪਬਲਿਕਲੀ ਪੈਸੇ ਦਿੰਦਾ ਉੱਥੇ ਦਫ਼ਤਰ 'ਚ ਬਿਠਾ ਕੇ। ਮੈਨੂੰ ਦੱਸਿਓ ਦਫ਼ਤਰ ਚਲਾਉਣ ਦਾ ਖਰਚਾ ਕਿੱਥੋਂ ਆਉਂਦਾ? ਮੈਂ ਐਮਐਲਏ ਰਿਹਾ, ਮੈਂ ਦਫ਼ਤਰ ਨਹੀਂ ਚਲਾ ਸਕਦਾ, ਮੈਂ ਆਪਣੇ ਪੱਲਿਓਂ ਲੋਕਾਂ ਨੂੰ ਪੈਸੇ ਨਹੀਂ ਦੇ ਸਕਦਾ, ਕਿੱਥੋਂ ਆਉਂਦਾ ਉਹ? ਨਾਲੇ ਹਰਾਮ ਦੇ ਪੈਸੇ ਦੇ ਨਾਲ ਲੋਕਾਂ ਦੇ ਮਨ ਜਿੱਤਨੇ। ਉਹ ਜਿਹੜਾ ਦਫ਼ਤਰ ਚੱਲਦਾ ਨਾ, ਉੱਥੇ ਜਿਹੜਾ ਦਫ਼ਤਰ ਚਲਾਉਂਦਾ ਹੈ ਉਹਦੇ ਤੇ ਐਟਲੀਸਟ 3-4 ਲੱਖ ਰੁਪਇਆ ਮਹੀਨੇ ਦਾ, 10 EMPLOYE ਬੈਠੇ ਆ, ਕੰਪਿਊਟਰ ਬੈਠੇ ਆ, ਕਿੱਥੋਂ ਖਰਚ ਆਉਂਦਾ ਹੈ? ਇਹ ਦੁੱਲਾ ਭੱਟੀ ਬਣਦੇ ਆ। ਸਾਰੀ ਦੁਨੀਆ ਨੂੰ ਲੁੱਟ ਖਾ ਲਓ ਤੇ ਦੋ ਬੰਦਿਆਂ ਨੂੰ ਦੇ ਦਿਓ ਪੈਸੇ ਸਾਰਿਆਂ ਸਾਹਮਣੇ। ਆ ਲੈਡੀ ਆਈ ਹੈ ਤੇ 5000 ਜਮ੍ਹਾਂ ਕਰਾ ਦੀ ਮੇਰੇ ਵੱਲੋਂ। ਦੇਖੋ ਰਾਣਾ ਜੀ, ਇੱਕ ਗੱਲ ਜੋ ਕਹੀ ਹੈ ਸਾਰਿਆਂ ਨੇ, ਇਹ ਗੱਲ ਨੂੰ ਤੁਸੀਂ ਬੜੀ ਗੰਭੀਰਤਾ ਨਾਲ ਦੇਖੋ। ਕੋਈ ਬੰਦਾ ਕਹਿ ਸਕਦਾ ਹੈ ਕਿ ਮੇਰੇ ਨਾਲ ਭੱਦਾ ਮਜ਼ਾਕ ਕੀਤਾ, ਮੇਰੇ ਨਾਲ ਹੁਣ ਲੇਟੈਸਟ ਲਾਅ 'ਚ ਜਿਹੜੀ 354(b) ਬਣੀ ਹੈ, ਉਹ ਜੇ ਤੁਸੀਂ ਕੋਈ ਬੰਦਾ ਔਰਤ ਵੱਲ ਕਿੰਨੀ ਦੇਰ ਇਹਨੂੰ ਪ੍ਰੋਟੈਕਟ ਕਰਨਗੇ ਇਸ ਕਿਸਮ ਦੇ ਬੰਦੇ ਨੂੰ? ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਟਾਈਮ ਦੇ ਰਹੇ ਆ, ਮੇਰੀ ਜਾਣਕਾਰੀ ਦੇ ਵਿੱਚ 1 ਮਹੀਨੇ ਦੀ ਅਪਰੋਚ ਕਰ ਰਹੀ ਸੀ, ਵੇਰੀਅਸ ਲੈਵਲਸ ਕੰਟਿਊਰਸ ਆਫ ਪਾਵਰਸ ਆਫ ਕਾਂਗਰਸ, ਕਿਸੇ ਨੇ ਦੀ ਬਾਣੀ ਫੜੀ, ਅਲਟੀਮੇਟਲੀ ਸਿੱਧੀ ਗਈ ਹੈ, ਸਿੱਧੀ ਗਈ ਬਿਲਕੁਲ। ਐਮਐਲਏ ਨੇ, ਇੱਕ ਮਿੰਟ, ਇਹ ਐਮਐਲਏ ਨੇ, ਇਹ ਵੀ ਚਰਚਾ ਹੋ ਰਹੀ ਹੈ ਵੀ ਐਮਐਲਏ ਨੇ, ਤੁਹਾਡੇ ਜਿਹੜੇ ਐਮਐਲਏ 14 ਨੇ ਐਮਐਲਏ ਵਿਧਾਨ ਸਭਾ 'ਚ, ਕਿ ਜੇਕਰ ਇਹ ਪਰਚਾ ਸਰਕਾਰ ਦਰਜ ਨਹੀਂ ਕਰਦੀ, ਪੁਲਿਸ ਨਹੀਂ ਕਰਦੀ, ਇਹ ਮਿਲੀ ਭੁਗਤ ਆਉਂਦੀ ਆ, ਹਾਈ ਕੋਰਟ ਜਾਓਗੇ, ਤੁਹਾਡੇ ਜਿਹੜੇ ਵਿਧਾਇਕ ਨੇ ਉਹ ਅਸੈਂਬਲੀ 'ਚ ਇਹ ਮਾਮਲਾ ਉਠਾ ਕੇ ਇਹ ਮੁੱਲਾਪੁਰੇ ਜੀ ਅਸੈਂਬਲੀ ਹੁਣ 6 ਮਹੀਨੇ ਨੂੰ ਆਉਣੀਆਂ, 6 ਮਹੀਨੇ ਚੁੱਪ ਰਵਾਂਗੇ? ਗੱਲ ਸੁਣੋ, ਇੱਕ ਮੇਰੀ ਗੱਲ ਸੁਣੋ, ਅਸੈਂਬਲੀ ਦਾ ਸੈਸ਼ਨ ਮੁੱਲਾਪੁਰੇ ਜੀ ਸੁਣ ਲਓ, ਸਵਾਲ ਕਰਨ ਤੋਂ ਪਹਿਲਾਂ ਉਹਨੂੰ ਗੰਭੀਰਤਾ ਨਾਲ ਸੋਚੋ। ਅਸੈਂਬਲੀ ਦਾ ਸੈਸ਼ਨ ਹੋਣਾ 6 ਮਹੀਨੇ ਬਾਅਦ ਹੁਣ ਹੋਇਆ, ਇਹਦਾ ਮਤਲਬ ਅਸੀਂ 6 ਮਹੀਨੇ ਬੈਠੇ ਉਡੀਕਦੇ ਰਹੀਏ, 6 ਮਹੀਨੇ ਉਡੀਕਦੇ ਰਹੀਏ। ਜੇ ਪਾਰਟੀ ਨਹੀਂ ਐਕਸ਼ਨ ਕਰਦੇ ਫਿਰ ਮੀਟਿੰਗ ਕਰਾਂਗੇ। ਆਖਣ ਦਾ ਮਤਲਬ ਹੈ ਵੀ ਜੇ ਤੁਹਾਡੀ ਅਸੀਂ ਹਰ ਕੰਮ ਕਰਾਂਗੇ ਮੁੱਲਾਪੁਰੇ ਜੀ, ਤੁਹਾਨੂੰ ਗੁਰਮੁਖੀ 'ਚ ਦੱਸ ਦਈਏ, ਹਰ ਕੰਮ ਕਰਾਂਗੇ। ਅਥਾਰਟੀ ਜੇ ਇਹ ਤੁਹਾਨੂੰ ਦੱਸ ਕੇ ਨਹੀਂ ਕਰਨਾ, ਪਾਰਟੀ ਸਲਾਹ ਕਰਕੇ ਕਰੂ, ਸਭ ਕੁਝ ਕਰਾਂਗੇ, ਹਰ ਕਰਾਂਗੇ, ਪਰ ਇੱਕ ਗੱਲ ਯਕੀਨੀ ਬਣਾਵਾਂਗੇ ਕਿ ਉਹ ਬੱਚੀ ਨੂੰ ਰੋਲਣ ਨਹੀਂ ਦੇਵਾਂਗੇ, ਸਾਫ਼ ਦਵਾਵਾਂਗੇ। ਉਹ ਅਲਟੀਮੇਟਮ ਹੈ, ਇਹ ਕਹਿਣਾ ਹੀ, ਇਹਨੂੰ ਕੀ ਕਹਿੰਦੇ ਜਾਂ ਅਲਟੀਮੇਟਮ ਨਹੀਂ ਕਾ, ਇਨਸਾਫ ਗਰੰਟੀ ਦਿਖਾਵਾਂਗੇ। Press the bell icon for news updates.